ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਹਨ, ਜਿਨ੍ਹਾਂ ਨੂੰ ਸੁਰ ਤਾਲ ਦੇ 10ਵੇਂ ਘਰ ਦੇ ਅੰਦਰ ਗਾਇਨ ਕੀਤਾ ਗਿਆ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ, ਸਤ ਚਿਤ ਆਨੰਦ ਸਚਿਦਾਨੰਦ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ। ਨਿਕਟ ਵਸੈ ਦੇਖੈ ਸਭ ਸੋਈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਨਿਕਟ ਵਸੈ, ਉਹ ਬਿਲਕੁਲ ਸਾਡੇ ਮਨ ਦੇ ਅੰਦਰ ਵਸ ਰਿਹਾ ਹੈ। ਦੇਖੈ ਸਭ ਸੋਈ, ਇਸ ਕਰਕੇ ਅਸੀਂ ਜੋ ਵੀ ਕਰਦੇ ਹਾਂ, ਜੋ ਸੋਚਦੇ ਹਾਂ, ਉਹ ਵੇਖ ਰਿਹਾ ਹੈ। ਉਸ ਤੋਂ ਲੁਕਾਇਆ ਨਹੀਂ ਜਾ ਸਕਦਾ। ਲੁਕਾਇਆ ਉਸ ਤੋਂ ਜਾ ਸਕਦਾ ਹੈ ਜਿਹੜਾ ਬਾਹਰ ਹੋਵੇ, ਜਿਹੜਾ ਪਾਸੇ ਹੋਵੇ। ਉਸ ਤੋਂ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਮਨ ਦੀ ਗੱਲ ਹੈ ਜਿਹੜੀ ਉਹ ਲੁਕੋ ਲੈਂਦੇ ਹਾਂ, ਲੁਕੋ ਸਕਦੇ ਹਾਂ। ਪਰ ਪ੍ਰਭੂ ਪਰਮਾਤਮਾ ਦਾ ਵਾਸ ਹੀ ਹੁਣ ਮਨ ਦੇ ਵਿੱਚ, ਹਿਰਦੇ ਵਿੱਚ ਜੋ ਵੀ ਅਸੀਂ ਸੋਚਾਂਗੇ, ਫਿਰ ਉਹਦੇ ਤੋਂ ਕਿਵੇਂ ਲੁਕੋਵਾਂਗੇ? ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਨਹੀਂ ਹੈ। ਸਾਡੇ ਨਾਲ ਇਹ ਕੋਈ, ਉਹ ਸਾਨੂੰ ਬਾਹਰੋਂ ਸਰੀਰ ਕਰਕੇ ਵੇਖਦਾ ਹੈ, ਅੰਦਰੋਂ ਅਸੀਂ ਉਸ ਦੇ ਬਾਰੇ ਕੀ ਸੋਚ ਰਹੇ ਹਾਂ, ਜਾਂ ਸਮਾਜ ਦੇ ਬਾਰੇ ਕੀ ਸੋਚ ਰਹੇ ਹਾਂ, ਜਾਂ ਸਾਡੇ ਅੰਦਰ ਕੀ ਵਿਚਾਰ ਚੱਲ ਰਹੇ ਨੇ, ਇਹ ਨਹੀਂ ਪਤਾ। ਕੋਲ ਬੈਠੇ ਨੂੰ ਨਹੀਂ ਪਤਾ, ਨਾਲ ਤੁਰੇ ਜਾਂਦੇ ਨੂੰ ਨਹੀਂ ਪਤਾ। ਪਰ ਪ੍ਰਭੂ ਪਰਮਾਤਮਾ ਸੱਚੇ ਸਤਿਗੁਰੂ ਸਾਡੇ ਅੰਦਰ ਵਸਿਆ ਹੋਇਆ ਹੈ, ਬਿਲਕੁਲ ਹਿਰਦੇ ਦੇ ਅੰਦਰ। ਤੇ ਜੋ ਵੀ ਸਾਡੇ ਮਨ ਦੇ ਵਿੱਚੋਂ, ਹਿਰਦੇ ਦੇ ਵਿੱਚੋਂ ਖਿਆਲ ਵਿਚਾਰ, ਭਾਵੇਂ ਉਹ ਚੰਗੀ ਹੈ ਭਾਵੇਂ ਮਾੜੀ ਹੈ, ਉਹ ਪ੍ਰਭੂ ਪਰਮਾਤਮਾ ਉਸ ਵਿਚਾਰ ਤੋਂ ਜਾਣੂ ਹੈ। ਇਸ ਨੂੰ ਆਖ ਦਿੰਦੇ ਨੇ ਅੰਤਰਜਾਮੀ। ਅੰਤਰ ਦਾ ਅਰਥ ਹੁੰਦਾ ਹੈ ਅੰਦਰ, ਜਾਮੀ ਦਾ ਅਰਥ ਹੁੰਦਾ ਜਾਣਨ ਵਾਲਾ। ਉਹ ਸਾਡੇ ਅੰਦਰ ਦੀ ਜਾਣਨ ਵਾਲਾ ਹੈ। ਭਈ ਅੰਦਰੋਂ ਅਸੀਂ ਕਿਸ ਪ੍ਰਕਾਰ ਦੇ ਹਾਂ, ਸਾਡੇ ਅੰਦਰ ਕੀ ਸੋਚਾਂ ਚੱਲ ਰਹੀਆਂ ਨੇ, ਸਾਡੇ ਅੰਦਰ ਕੀ ਵਿਚਾਰਾਂ ਚੱਲ ਰਹੀਆਂ ਹਨ। ਗੁਰਮੁਖ ਬਿਰਲਾ ਬੂਝੈ ਕੋਈ। ਇਹ ਇੱਕ ਸੋਝੀ ਵਾਲੀ ਗੱਲ ਹੈ। ਇਸ ਨੂੰ ਕੋਈ ਬਿਰਲਾ ਗੁਰਮੁਖ ਜਿਹੜਾ ਉਹ ਸਮਝਦਾ ਹੈ, ਉਹ ਬੁੱਝਦਾ ਹੈ। ਬੁੱਝੇ ਦਾ ਅਰਥ ਹੁੰਦਾ ਹੈ ਬੁੱਝ ਲੈਣਾ, ਸਮਝ ਲੈਣਾ। ਗੁਰਮੁਖ ਬਿਰਲਾ, ਇਸ ਸੰਸਾਰ ਦੇ ਅੰਦਰ ਕੋਈ ਬਿਰਲਾ ਹੈ ਜਿਹਨੇ ਆਪਣਾ ਜੀਵਨ ਗੁਰਮੁਖਾਂ ਵਾਲਾ ਬਣਾਇਆ ਹੋਇਆ ਹੈ, ਤੇ ਉਹ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਹੈ। ਉਸ ਨੂੰ ਇਸ ਗੱਲ ਦੀ ਸੋਝੀ ਹੈ। ਜਦੋਂ ਇਸ ਗੱਲ ਦੀ ਸੋਝੀ ਆ ਗਈ ਤੇ ਫਿਰ ਮਨੁੱਖ ਆਪਣੇ ਅੰਦਰ ਬੁਰਾ ਵਿਚਾਰ ਪੈਦਾ ਨਹੀਂ ਹੋਣ ਦਿੰਦਾ, ਆਪਣੇ ਅੰਦਰ ਮਾੜੇ ਖਿਆਲ ਨਹੀਂ ਆਉਣ ਦਿੰਦਾ, ਕਿਉਂਕਿ ਇਸ ਗੱਲ ਦੀ ਸਮਝ ਆ ਗਈ ਹੈ ਕਿ ਪ੍ਰਭੂ ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਹੈ। ਮੈਂ ਕਿਸੇ ਦੇ ਬਾਰੇ ਕੋਈ ਵੀ ਬੁਰਾ ਸੋਚਿਆ ਤੇ ਉਸ ਪਰਮਾਤਮਾ ਸੱਚੇ ਸਤਿਗੁਰ ਨੂੰ ਪਤਾ ਲੱਗ ਜਾਣਾ ਹੈ। ਅਸਲ ਵਿੱਚ ਜਦੋਂ ਅਸੀਂ ਵਿਦਾਂਤ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਹੋਰ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਤੇ ਫਿਰ ਸੋਝੀ ਮਿਲਦੀ ਹੈ ਕਿ ਮਨੁੱਖ ਜੋ ਮਨ ਦੁਆਰਾ ਸੋਚਦਾ ਹੈ ਉਹੀ ਪਾਪ ਤੇ ਪੁੰਨ ਹੈ, ਤੇ ਜੋ ਸਰੀਰ ਦੁਆਰਾ ਕਰਦਾ ਹੈ ਨਾ, ਉਹ ਪਾਪ ਪੁੰਨ ਤਾਂ ਪਹਿਲੋਂ ਹੋ ਗਿਆ, ਉਹ ਫਿਰ ਅਪਰਾਧ ਜਾਂ ਧਰਮ ਬਣ ਸਕਦਾ ਹੈ। ਮਨੁੱਖ ਨੇ ਮਨ ਦੇ ਵਿੱਚ ਕਿਸੇ ਦਾ ਬੁਰਾ ਸੋਚਿਆ ਹੈ, ਮਨ ਦੇ ਵਿੱਚ ਬੁਰਾਈ ਸੋਚ ਲਈਏ, ਉਹ ਸਰੀਰ ਕਰਕੇ ਉਸ ਤੋਂ ਹੋਈ ਹੈ ਜਾਂ ਨਹੀਂ ਹੋਈ, ਪਰ ਪਾਪ ਹੀ ਜਿਹੜਾ ਉਹ ਉਸ ਦਾ ਅੰਦਰ ਲਿਖਿਆ ਗਿਆ ਹੈ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਆਪਾਂ ਜੁੜੀਏ, ਥੋੜ੍ਹੀ ਸੋਝੀ ਆਵੇ, ਪਤਾ ਲੱਗੇ ਸਾਨੂੰ, ਤੇ ਸਾਡੇ ਅੰਦਰ ਦੀਆਂ ਜਿਹੜੀਆਂ ਬੁਰੀਆਂ ਵਿਚਾਰਾਂ ਨੇ ਇਹ ਖਤਮ ਹੋ ਜਾਣ। ਗੁਰਬਾਣੀ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਨੇ, 10 ਪੁਰਬ ਸਦਾ ਦਸਾਹਰਾ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਉਸ ਵਕਤ ਸਮਝਾਇਆ ਸੀ, ਜਿਸ ਵਕਤ ਬਾਬਾ ਬੁੱਢਾ ਜੀ ਨੇ ਕਿਹਾ ਸੀ ਆਪਾਂ ਨੂੰ ਕਿਹੜੇ ਤੀਰਥ ਤੇ ਜਾਣਾ ਚਾਹੀਦਾ ਹੈ। ਬਾਬਾ ਬੁੱਢਾ ਜੀ ਨੇ ਸਵਾਲ ਕੀਤਾ, ਹੈ ਸੱਚੇ ਸਤਿਗੁਰ ਜੀ, ਸਨਾਤਨ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਵੱਖ-ਵੱਖ ਤੀਰਥਾਂ ਤੇ ਵੱਖ-ਵੱਖ ਸਮੇਂ ਦੇ ਅਨੁਸਾਰ ਜਾਂਦੇ ਨੇ, ਤੇ ਗੁਰਸਿੱਖਾਂ ਦੇ ਲਈ ਇਸ ਦੇ ਪਰਥਾਏ ਕੀ ਉਪਦੇਸ਼ ਹੈ?
ਤੇ ਗੁਰੂ ਨਾਨਕ ਦੇਵ ਜੀ ਦਾ ਪਾਵਨ ਸ਼ਬਦ ਆਉਂਦਾ ਹੈ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ, ਭਾਈ ਤੀਰਥ ਇਸ਼ਨਾਨ ਕਰਨ ਜਾਣਾ ਹੈ ਨਾ, ਤੇ ਤੀਰਥ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ। ਭਾਵ ਜਿੱਥੇ ਨਾਮ ਚੱਲਦਾ ਹੈ, ਜਿਵੇਂ ਹਰਿਮੰਦਰ ਸਾਹਿਬ ਹੈ, ਉੱਥੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਤੇ ਜੇ ਮਨੁੱਖ ਇਸੇ ਤਰ੍ਹਾਂ ਆਪਣੇ ਅੰਦਰ ਨਾਮ ਦਾ ਪ੍ਰਵਾਹ ਚਲਾ ਲਵੇ ਤੇ ਫਿਰ ਉਹ ਖੁਦ ਇੱਕ ਤੀਰਥ ਬਣ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਥੇ ਦੱਸਿਆ ਵੀ ਜਿਹੜੇ ਤੀਰਥ ਸਨਾਤਨ ਧਰਮ ਦੁਆਰਾ ਬਣਾਏ ਗਏ ਨੇ, 10 ਪੁਰਬ ਸਦਾ ਦਸਹਰਾ, ਉਹ ਕਹਿੰਦੇ ਨੇ 10 ਪਰਬ ਮੰਨੇ ਗਏ ਨੇ ਇਹਨਾਂ ਦੇ, ਤੇ ਉਹ 10 ਪਰਬ ਨੇ ਜਿਹੜੇ ਉਹ 10 ਪਾਪ ਦੂਰ ਕਰਦੇ ਨੇ। ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਫਿਰ ਬਾਬਾ ਬੁੱਢਾ ਜੀ ਨੂੰ ਸਮਝਾਇਆ ਵੀ ਇਹ 10 ਪਰਬ ਨੇ ਜਿਹੜੇ, ਇਹ 10 ਪਾਪ ਜਿਹੜੇ ਦੂਰ ਕਰਦੇ ਨੇ, ਇਹ ਇੱਕ ਖਿਆਲ ਹੈ ਪਰ ਯਥਾਰਥ ਨਹੀਂ ਇਸ ਤਰ੍ਹਾਂ। ਕਿਉਂਕਿ ਕੋਈ ਵੀ ਗੁਰੂ ਹੈ ਜਿਹੜਾ, ਜਾਂ ਕੋਈ ਵੀ ਪਾਵਨ ਅਸਥਾਨ ਹੈ ਜਿਹੜਾ, ਉਹ ਇਸ ਗੱਲ ਦੀ ਹਾਮੀ ਨਹੀਂ ਭਰਦਾ ਵੀ ਤੂੰ ਜਿਤਨੇ ਮਰਜ਼ੀ ਪਾਪ ਕਰਕੇ ਮੇਰੇ ਕੋਲ ਆ ਜਾ ਤੇ ਮੈਂ ਤੇਰੇ ਸਾਰੇ ਲਾਹ ਦਿਆਂਗੇ ਤੇ ਦੁਬਾਰੇ ਫਿਰ ਜਾ ਕੇ ਪਾਪ ਕਰਨ ਲੱਗ ਜਾ। ਇਸ ਤਰ੍ਹਾਂ ਦੀ ਹਾਮੀ ਕੋਈ ਵੀ ਗੁਰੂ ਪੀਰ ਨਹੀਂ ਭਰਦਾ, ਨਾ ਕੋਈ ਪਾਵਨ ਅਸਥਾਨ ਭਰਦਾ। ਹਾਮੀ ਭਰਦੇ ਨੇ ਭਈ ਜੋ ਤੇਰੇ ਤੋਂ ਹੋ ਗਿਆ ਹੈ ਉਹ ਤੇਰਾ ਬਖਸ਼ਿਆ ਜਾਏਗਾ, ਪਰ ਸ਼ਰਤ ਇਹ ਕਿ ਅੱਗੇ ਤੋਂ ਤੂੰ ਫਿਰ ਇਹ ਗੁਨਾਹ ਨਹੀਂ ਕਰੇਗਾ। ਗੁਰਪੀਰ ਹਾਮੀ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਜੇ ਤੂੰ ਮੁਰਦੇ ਖਾਣੇ ਛੱਡ ਦੇਵੇਂਗਾ ਨਾ ਤੇ ਫਿਰ ਗੁਰੂ ਇਹ ਤੇਰੀ ਹਾਮੀ ਭਰ ਲੇਗਾ ਵੀ ਕੋਈ ਨਹੀਂ, ਪਿਛਲੇ ਜਿਹੜੇ ਤੇਰੇ ਨੇ ਉਹ ਬਖਸ਼ੇ ਜਾਣਗੇ, ਪਰ ਅੱਗੇ ਤੋਂ ਤੂੰ ਮੁਰਦੇ ਖਾਣੇ ਛੱਡ ਦੇ, ਅੱਗੇ ਤੋਂ ਪਾਪ ਕਰਨੇ ਨੇ ਨਾ ਜਿਹੜੇ, ਇਹ ਤੂੰ ਛੱਡ ਦੇ, ਫਿਰ ਬਖਸ਼ਿਆ ਜਾਏਗਾ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦਾ ਇੱਕ ਸਿੱਖ ਹੋਇਆ, ਇਹ ਚੋਰੀ ਕਰਿਆ ਕਰਦਾ ਸੀ। ਚੋਰੀ ਕਰਕੇ ਤੇ ਆਪਣਾ ਨਿਰਵਾਹ ਕਰਿਆ ਕਰਦਾ। ਧੰਨ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਆ ਗਿਆ, ਸੱਚੇ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕੀਤੀ, ਜੀ ਮੈਨੂੰ ਆਪਣਾ ਸਿੱਖ ਬਣਾ ਲਓ। ਤੇ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਅੰਤਰਜਾਮੀ ਸਨ। ਉਹਨਾਂ ਨੇ ਆਖਿਆ, ਭਾਈ ਤੇਰਾ ਜਿਹੜਾ ਸੁਭਾਅ ਹੈ ਨਾ ਇਹ ਬਦਲਣਾ ਪਏਗਾ, ਫਿਰ ਤੂੰ ਗੁਰਸਿੱਖੀ ਵਾਲਾ ਜੀਵਨ ਜਿਉ ਸਕਦਾ ਹੈ। ਤੇਰਾ ਸੁਭਾਅ ਚੋਰੀ ਕਰਨ ਵਾਲਾ, ਇਹ ਤੈਨੂੰ ਛੱਡਣੀ ਪਏਗੀ। ਇਤਿਹਾਸ ਦੇ ਵਿੱਚ ਲਿਖਿਆ ਕਿ ਇਹ ਗੁਰਸਿੱਖ ਜਿਹੜਾ, ਇਹਨੇ ਗੁਰੂ ਅਮਰਦਾਸ ਜੀ ਦੇ ਪਾਵਨ ਉਪਦੇਸ਼ ਨੂੰ ਆਪਣੇ ਅੰਦਰ ਵਸਾ ਲਿਆ। ਤੇ ਇਹਦੇ ਘਰੇ ਇੱਕ ਚੋਰੀ ਦੀ ਮੱਝ ਸੀ। ਉਹ ਮੱਝ ਲਿਆਂਦੀ ਨੂੰ ਸਾਲ 2 ਸਾਲ ਹੋ ਗਏ ਸਨ। ਇਹਨੇ ਉਹ ਮੱਝ ਨੂੰ, ਉਸ ਦੇ ਜਿਹੜੇ ਮਗਰ ਕੋਈ ਕਟਰੂ ਸਨ ਉਹ ਵੀ, ਤੇ ਕੁਝ ਨਾਲ ਪੈਸੇ ਵੀ ਲਿਜਾ ਕੇ ਉਸ ਮਾਲਕ ਨੂੰ ਦੇ ਦਿੱਤੇ ਵੀ ਆਹ ਤੇਰੀ ਮੱਝ ਹੈ ਤੇ ਆਹ ਇਹਦੇ ਮਗਰ ਜਿਹੜੇ ਫਲ ਲੱਗੇ ਨੇ ਉਹ ਨੇ, ਤੇ ਆਹ ਉਹ ਮਾਇਆ ਜਿਹੜਾ ਮੈਂ ਇਹਦਾ ਦੁੱਧ ਪੀਤਾ। ਉਹ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ ਦਾ ਚੋਰ ਤਾਂ ਮੈਂ ਕਦੇ ਵੇਖਿਆ ਨਹੀਂ ਸੀ। ਉਹ ਕਹਿੰਦਾ, ਭਾਵੇਂ ਤੂੰ ਮੇਰੀ ਮੱਝ ਲੈ ਗਿਆ, ਪਰ ਤੇਰਾ ਆਹ ਜਿਹੜਾ ਕਰਮ ਹੈ ਨਾ, ਇਹਨੂੰ ਵੇਖ ਕੇ ਮੈਂ ਹੁਣ ਤੈਨੂੰ ਕੋਈ ਇਸ ਗੁਨਾਹ ਦੀ ਸਜ਼ਾ ਨਹੀਂ ਦਿਆਂਗਾ ਤੇ ਨਾ ਹੀ ਰੌਲਾ ਪਾਵਾਂਗਾ, ਪਰ ਮੈਨੂੰ ਇਹ ਦੱਸ ਦੇ ਤੇਰੇ ਅੰਦਰ ਇਤਨਾ ਪਰਿਵਰਤਨ ਕਿਵੇਂ ਆਇਆ ਹੈ ਤੇ ਤੂੰ ਇਹ ਸਾਰਾ ਕੰਮ ਹੈ ਜਿਹੜਾ ਇਹ ਕਿਵੇਂ ਕੀਤਾ ਹੈ। ਕਹਿੰਦਾ, ਜੀ ਮੈਂ ਧੰਨ ਗੁਰੂ ਅਮਰਦਾਸ ਜੀ ਦਾ ਗੁਰਸਿੱਖ ਹੋ ਗਿਆ ਤੇ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਤੇਰੇ ਗੁਨਾਹ ਫਿਰ ਬਖਸ਼ੇ ਜਾਣਗੇ, ਫਿਰ ਤੂੰ ਗੁਰਸਿੱਖ ਅਖਵਾ ਸਕਦਾ ਹੈ ਜੇ ਤੂੰ ਆਪਣਾ ਸੁਭਾਅ ਬਦਲੇਗਾ। ਤੇ ਹੁਣ ਮੈਂ ਜਦੋਂ ਸੁਭਾਅ ਬਦਲ ਗਿਆ, ਇਸ ਚੋਰੀ ਦੀ ਮੱਝ ਨੂੰ ਜਦੋਂ ਮੈਂ ਵੇਖਦਾ ਤੇ ਮੇਰੇ ਅੰਦਰ ਇਹ ਗਲਾਨੀ ਹੁੰਦੀ ਹੈ ਵੀ ਆਹ ਕਰਤੂਤ ਤਾਂ ਤੇਰੀ ਅਜੀ ਉਵੇਂ ਕੁਰਲੀ ਤੇ ਖੜੀ ਹੈ, ਇਹਨੂੰ ਤਾਂ ਤੂੰ ਛੱਡਿਆ ਨਹੀਂ, ਇਹ ਸੁਭਾਅ ਤਾਂ ਤੂੰ ਬਦਲਿਆ ਨਹੀਂ। ਤੇ ਤਾਂ ਕਰਕੇ ਵੀ ਇਹ ਨਾ ਮੈਨੂੰ ਦਿਸੇ ਤੇ ਨਾ ਮੇਰੇ ਅੰਦਰ ਇਹ ਬਰਿਆਈ ਹੈ ਜਿਹੜੀ ਵਾਰੀ-ਵਾਰੀ ਪਨਪੇ, ਮੇਰੇ ਮਨ ਦੀ ਬਿਰਤੀ ਜਿਹੜੀ ਉਹ ਇਕਾਗਰ ਹੋ ਜੇ, ਇਸ ਕਰਕੇ ਮੈਂ ਛੱਡਣ ਵਾਸਤੇ ਆਇਆ। ਤੇ ਉਹ ਵੀ ਫਿਰ ਕਹਿੰਦਾ, ਹੁਣ ਮੈਨੂੰ ਵੀ ਗੁਰੂ ਅਮਰਦਾਸ ਜੀ ਦੇ ਪਾਸ ਲੈ ਕੇ ਜਾ, ਮੈਂ ਵੀ ਉਹਨਾਂ ਦੀ ਸਿੱਖੀ ਧਾਰਨ ਕਰਨੀ ਹੈ। ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਬਾਬਾ ਬੁੱਢਾ ਜੀ ਨੂੰ ਆਖਿਆ, 10 ਪੁਰਬ ਸਦਾ, ਇਹ ਤਾਂ ਸਦਾ ਹੀ ਹੁੰਦੇ ਰਹਿੰਦੇ ਨੇ। ਭਾਵ ਸਾਲ ਦੇ ਵਿੱਚ ਇੱਕ ਵਾਰੀ ਤਾਂ ਸਾਰੇ ਜ਼ਰੂਰ ਹੁੰਦੇ ਨੇ, ਕਈ 2 ਵਾਰੀ ਵੀ ਆ ਜਾਂਦੇ ਨੇ, ਕਈ 12 ਵਾਰੀ ਆਉਂਦੇ ਨੇ। ਮੱਸਿਆ ਦਾ ਜਿਹੜਾ ਪਰਵ ਹੈ 12 ਵਾਰੀ ਆਉਂਦਾ, ਇਹ ਵੀ ਇੱਕ ਪਰਵ ਹੈ। ਇਹਨਾਂ ਨੇ 10 ਪਰਵ ਮੰਨੇ ਨੇ ਤੇ ਗੁਰੂ ਜੀ ਕਹਿੰਦੇ ਨੇ ਤਾਂ ਸਦਾ ਹੀ ਆਉਂਦੇ ਰਹਿੰਦੇ ਨੇ। ਪਰ
ਦਸਾਹਰਾ ਜਿਹੜਾ ਇਹਨਾਂ ਦਸਾਂ ਦਾ ਖਹਿੜਾ ਛੱਡਣਾ ਹੈ ਨਾ, 10 ਪਾਪ ਜਿਹੜੇ ਮੰਨੇ ਗਏ ਨੇ, ਜਿਨ੍ਹਾਂ ਵਿੱਚੋਂ 3 ਮਨ ਦੇ, 3 ਸਰੀਰ ਦੇ, 3 ਜ਼ਬਾਨ ਦੇ ਨੇ, ਗੁਰੂ ਜੀ ਕਹਿੰਦੇ ਨੇ ਇਹ ਨਹੀਂ ਲੈਣਗੇ। ਇਹ ਕਿਉਂ ਨਹੀਂ ਲੈਣਗੇ? ਸੁਭਾਅ ਤਾਂ ਬਦਲੇ ਹੀ ਨਹੀਂ। ਸਿਰਫ ਇੱਕ ਇਹ ਵੇਖ ਲਿਆ ਵੀ ਹਾਂ ਕੱਪੜਾ ਮੈਲਾ ਸੀ, ਧੋਤਾ ਗਿਆ ਤੇ ਦੁਬਾਰੇ ਫਿਰ ਮੈਲਾ ਕਰ ਲਿਆ ਤੇ ਫਿਰ ਉਹ ਤਾਂ ਮੈਲੇ ਦਾ ਮੈਲਾ ਹੀ ਰਹਿ ਗਿਆ ਨਾ। ਇਸ ਤਰ੍ਹਾਂ ਨਹੀਂ ਗੁਨਾਹ ਬਖਸ਼ੇ ਜਾਂਦੇ। ਸੋ ਧੰਨ ਗੁਰੂ ਨਾਨਕ ਦੇਵ ਜੀ ਪਾਵਨ ਅਸ਼ਟਪਦੀ ਦੇ ਅੰਦਰ ਸਾਨੂੰ ਇਹੀ ਸਿੱਖਿਆ ਗਿਆਨ ਸੋਝੀ ਦੇਣਗੇ। ਨਿਕਟ ਵਸੇ ਦੇਖੈ ਸਭ ਸੋਈ। ਉਸ ਪ੍ਰਭੂ ਪਰਮਾਤਮਾ ਨੇ ਇਹ ਵੇਖਣਾ ਵੀ ਤੂੰ ਗੁਰੂ ਦੇ ਦਰ ਤੇ ਆਇਆ, ਗੁਰਸਿੱਖੀ ਨੂੰ ਧਾਰਨ ਕਰਨਾ ਹੈ ਤੇ ਤੇਰੇ ਅੰਦਰ ਖਿਆਲ ਨੇ ਜਿਹੜੇ, ਤੇਰੇ ਅੰਦਰ ਵਿਚਾਰ ਨੇ ਜਿਹੜੇ, ਉਹ ਕੀ ਨੇ। ਹੁਣ ਤੂੰ ਸੱਚੇ ਤੇ ਸੁੱਚੇ ਮਨ ਦੇ ਨਾਲ ਗੁਰੂ ਮਹਾਰਾਜ ਜੀ ਦੀ ਸ਼ਰਨ ਲੈਣ ਵਾਸਤੇ ਆਇਆ ਜਾਂ ਅਜੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਬਰਿਆਈ ਲੁਕੀ ਹੈ। ਗੁਰਮੁਖ ਵਿਰਲਾ ਬੂਝੇ ਕੋਈ, ਇਹ ਗੱਲ ਸਮਝਣ ਵਾਲੀ ਏ। ਤੇ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਆਪਣੇ ਮਨ ਦੇ ਖਿਆਲ ਨੇ, ਮਨ ਦੀਆਂ ਵਿਚਾਰਾਂ ਨੇ, ਆਪਣੇ ਸੁਭਾਅ ਨੂੰ ਬਦਲ ਕੇ ਗੁਰੂ ਦਰ ਤੇ ਆਉਂਦਾ ਹੈ ਜੀ। ਵੇਲ ਭੈ ਭਇ ਭਗਤ ਨਾ ਹੋਈ। ਭੈ ਦਾ ਅਰਥ ਹੁੰਦਾ ਡਰ। ਜੇ ਬੱਚੇ ਨੂੰ ਡਰ ਨਾ ਹੋਵੇ ਤੇ ਫਿਰ ਉਹ ਮਾਤਾ ਪਿਤਾ ਦੇ ਅੱਗੋਂ ਬੋਲਣ ਲੱਗ ਜਾਂਦਾ ਹੈ। ਜੇ ਬੱਚੇ ਨੂੰ ਡਰ ਨਾ ਹੋਵੇ ਫਿਰ ਉਹ ਨੁਕਸਾਨ ਕਰਨ ਲੱਗਾ ਵੀ ਨਹੀਂ ਪਰਵਾਹ ਕਰਦਾ। ਜਿਸ ਬੱਚੇ ਨੂੰ ਮਾਤਾ ਪਿਤਾ ਦਾ ਡਰ ਹੈ, ਜਿਹੜਾ ਬੱਚਾ ਮਾਤਾ ਪਿਤਾ ਦੇ ਭੈ ਦੇ ਵਿੱਚ ਰਹਿੰਦਾ ਹੈ, ਉਹ ਕਦੇ ਗਲਤੀ ਨਹੀਂ ਕਰੇਗਾ। ਉਹਦੇ ਅੰਦਰ ਭਾਵੇਂ ਗਲਤੀ ਉਤਪੰਨ ਹੋ ਰਹੀ ਹੋਵੇ, ਉਹਦੇ ਅੰਦਰ ਭਾਵੇਂ ਗਲਤੀ ਪਨਪ ਰਹੀ ਹੋਵੇ, ਪਰ ਜਿਹਨੂੰ ਡਰ ਹੈ ਆਪਣੇ ਮਾਤਾ ਪਿਤਾ ਦਾ, ਉਹ ਮਾਤਾ ਪਿਤਾ ਦੇ ਡਰ ਦੇ ਵਿੱਚ ਕਦੇ ਗਲਤੀ ਕਰੇਗਾ ਨਹੀਂ। ਜੇ ਜਾਣੇ ਅਣਜਾਣੇ ਹੋ ਵੀ ਜਾਵੇ ਤੇ ਫਿਰ ਉਹ ਡਰ ਦਾ ਮਾਰਾ ਉਸ ਗਲਤੀ ਨੂੰ ਮਾਤਾ ਪਿਤਾ ਤੋਂ ਬਖਸ਼ਾ ਵੀ ਲਵੇਗਾ। ਬਿਨ ਭੈ ਭਇ ਭਗਤ ਨਾ ਹੋਈ। ਗੁਰੂ ਨਾਨਕ ਦੇਵ ਜੀ ਇਹ ਦੱਸਦੇ ਨੇ ਵੀ ਜਦੋਂ ਤੱਕ ਡਰ ਦੇ ਵਿੱਚ ਬੰਦਾ ਨਾ ਆਵੇ, ਮਨੁੱਖ ਦੇ ਅੰਦਰ ਗੁਰੂ ਦਾ ਡਰ ਹੀ ਨਹੀਂ ਹੈਗਾ, ਤੇ ਫਿਰ ਉਹਦੀ ਦੱਸੋ ਭਗਤੀ ਕਿਵੇਂ ਹੋਏਗੀ। ਜੇ ਮਨੁੱਖ ਦੇ ਅੰਦਰ ਇਸ ਗੱਲ ਦਾ ਡਰ ਹੋ ਜਾਵੇ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਮੇਰੇ ਗੁਰੂ ਨੇ, ਤੇ ਕਿਸੇ ਕਾਰਨ ਇਹਨਾਂ ਦੇ ਨਾਲ ਮੇਰੀ ਵਿਥੀ ਨਾ ਪੈ ਜਾਵੇ, ਮੇਰੀ ਦੂਰੀ ਨਾ ਬਣ ਜਾਵੇ, ਮੇਰਾ ਗੁਰੂ ਮੇਰੇ ਤੋਂ ਰੁੱਸ ਨਾ ਜਾਵੇ, ਮੇਰਾ ਗੁਰੂ ਹੈ ਜਿਹੜਾ, ਉਹਨੂੰ ਮੇਰੇ ਅੰਦਰ ਦੀ ਬਰਿਆਈ ਕਰਕੇ ਕਿਸੇ ਤਰ੍ਹਾਂ ਦੀ ਜਿਹੜੀ ਹੀਨ ਭਾਵਨਾ ਨਾ ਉਹ ਨਾ ਆ ਸਕੇ, ਇਹਨੂੰ ਆਖਦੇ ਨੇ ਡਰ। ਬਿਨ ਭੈ ਭੈ ਭਗਤ ਨਾ ਹੋਈ। ਜਦੋਂ ਤੱਕ ਅੰਦਰ ਡਰ ਹੀ ਨਹੀਂ ਹੈਗਾ, ਉਦੋਂ ਤੱਕ ਫਿਰ ਭਗਤੀ ਜਿਹੜੀ ਇਹ ਵੀ ਨਹੀਂ ਹੋ ਸਕਦੀ ਹੈ ਜੀ। ਸ਼ਬਦ ਰਤੇ ਸਦਾ ਸੁਖ ਹੋਈ। ਜਿਹੜੇ ਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਦੇ ਵਿੱਚ ਰੰਗੇ ਗਏ ਨੇ, ਉਹਨਾਂ ਨੂੰ ਸਦਾ ਸੁਖ ਹੈ। ਸ਼ਬਦ ਦਾ ਅਰਥ ਇੱਥੇ ਉਪਦੇਸ਼ ਹੈ, ਤੇ ਮਨੁੱਖ ਦੇ ਅੰਦਰ ਜਿਹੜਾ ਡਰ ਹੈ ਨਾ, ਇਹ ਉਪਦੇਸ਼ ਦਾ ਹੀ ਹੁੰਦਾ ਹੈ। ਉਪਦੇਸ਼ ਕਹਿ ਲੋ, ਹੁਕਮ ਕਹਿ ਲੋ। ਗੁਰੂ ਮਹਾਰਾਜ ਜੀ ਦਾ ਹੁਕਮ ਹੈ, ਸੱਚੇ ਸਤਿਗੁਰ ਦੇ ਹੁਕਮ ਦੇ ਵਿੱਚ ਜਿਹੜੇ ਰੰਗੇ ਹੋਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਹੁਕਮ ਦਾ, ਉਪਦੇਸ਼ ਦਾ, ਗਿਆਨ ਦਾ ਰੰਗ ਚੜ ਰਿਹਾ ਹੈ, ਸਦਾ ਸੁਖ ਹੋਈ, ਉਹ ਸਦਾ ਹੀ ਸੁਖੀ ਹੁੰਦੇ ਨੇ। ਇਹ ਪੌੜੀ ਹੈ, ਮੈਂ ਥੋੜ੍ਹੀਆਂ ਜਿਹੀਆਂ ਵਿਚਾਰਾਂ ਇੱਕ ਵਾਰੀ ਫਿਰ ਆਪ ਜੀ ਦੇ ਨਾਲ ਸਾਂਝੀਆਂ ਕਰ ਲਵਾਂ, ਤਾਂ ਕਿ ਅੱਗੇ ਸ਼ਬਦ ਜਿਹੜਾ ਉਹਦੀ ਆਪ ਜੀ ਨੂੰ ਸੋਝੀ ਆ ਜਾਵੇ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਨਿਕਟ ਵਸੈ ਦੇਖੈ ਸਭ ਸੋਈ। ਉਹ ਪ੍ਰਭੂ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਸਾਡੀ ਹਰ ਇੱਕ ਸੋਚ ਦੇ ਕੋਲ ਵਸ ਰਿਹਾ ਹੈ। ਸਾਡੀ ਹਰ ਇੱਕ ਸੋਚ ਦਾ ਉਸ ਪਰਮਾਤਮਾ ਨੂੰ ਪਤਾ ਹੈ ਅੰਦਰੋਂ ਅਸੀਂ ਕਿਸ ਤਰ੍ਹਾਂ ਦੇ ਹਾਂ। ਗੁਰਮੁਖ ਵਿਰਲਾ ਬੂਝੇ ਕੋਈ, ਕੋਈ ਵਿਰਲਾ ਗੁਰਮੁਖ ਗੁਰੂ ਸਵਾਰ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ। ਜਿਹੜਾ ਇਸ ਗੱਲ ਨੂੰ ਸਮਝਦਾ ਹੈ ਫਿਰ ਉਹ ਆਪਣੇ ਮਨ ਦੇ ਵਿੱਚ ਬੁਰਾਈਆਂ ਦੀ ਜਿਹੜੀ ਸੋਚ ਹੈ ਇਹ ਨਹੀਂ ਆਉਣ ਦਿੰਦਾ। ਬਿਨ ਭੈ ਭਇਆ ਭਗਤ ਨਾ ਹੋਈ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਸਾਰਾ ਕੁਝ ਇਹਨਾਂ ਜਿਹੜਾ ਇਹ ਭੈ ਦੇ ਵਿੱਚ, ਡਰ ਦੇ ਵਿੱਚ, ਜਿਹੜਾ ਆਪਣੇ ਗੁਰੂ ਦੇ ਭੈ ਦੇ ਵਿੱਚ ਰਹਿੰਦਾ ਹੈ, ਜਿਹਨੂੰ ਆਪਣੇ ਗੁਰੂ ਦਾ ਡਰ ਹੈ, ਉਹਦੇ ਤੇ ਫਿਰ ਕਿਰਪਾ ਹੋ ਜਾਂਦੀ ਹੈ, ਉਹ ਭਗਤ ਬਣ ਜਾਂਦਾ ਹੈ। ਜਿਹਦੇ ਅੰਦਰ ਡਰ ਹੀ ਨਹੀਂ, ਜਿਹਨੂੰ ਪਰਵਾਹ ਹੀ ਕੋਈ ਨਹੀਂ, ਉਹਦੇ ਤੋਂ ਭਗਤੀ ਨਹੀਂ ਹੋ ਸਕੇਗੀ, ਉਹ ਭਗਤ ਨਹੀਂ ਹੋ ਸਕੇਗਾ। ਸ਼ਬਦ ਰਤੇ ਸਦਾ ਸੁਖ ਹੋਈ। ਜਿਹੜੇ ਸੱਚੇ ਸਤਿਗੁਰ ਦੇ ਉਪਦੇਸ਼ ਦੇ ਵਿੱਚ ਰੰਗੇ ਗਏ ਨੇ, ਭਾਵ ਜਿਨ੍ਹਾਂ ਦੇ ਅੰਦਰ ਭੈ ਹੈ, ਫਿਰ ਉਹਨਾਂ ਨੇ ਗੁਰੂ ਜੀ ਦੇ ਹੁਕਮ ਨੂੰ ਮੰਨਣਾ ਕੀਤਾ ਹੈ, ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਨੇ। ਜਿਹੜੇ ਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਦਾ ਸੁਖ ਬਣਿਆ ਰਹਿੰਦਾ ਹੈ ਜੀ। ਐਸਾ ਗਿਆਨ ਪਦਾਰਥ ਨਾਮ। ਇਹ ਰਾਹੋਂ ਵਾਲੀਆਂ ਤੁਕਾਂ ਨੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਸ ਪਾਵਨ ਸ਼ਬਦ ਦੇ ਅੰਦਰ
ਪ੍ਰਭੂ ਪਰਮਾਤਮਾ ਦੇ ਨਾਮ ਦੀ ਵਡਿਆਈ ਕੀਤੀ ਹੈ। ਵਿਦਾਂਤ ਦੇ ਅੰਦਰ 4 ਪਦਾਰਥ ਮੰਨੇ ਗਏ ਨੇ, ਧਰਮ, ਅਰਥ, ਕਾਮ ਤੇ ਮੋਖ। ਤੇ ਗੁਰਬਾਣੀ ਹੈ ਜਿਹੜੀ, ਇਹਦੇ 4 ਪਦਾਰਥ ਨੇ। ਨਾਮ ਪਦਾਰਥ ਹੈ, ਗਿਆਨ ਪਦਾਰਥ ਹੈ, ਜੀਵਨ ਪਦਾਰਥ ਹੈ, ਮੁਕਤ ਪਦਾਰਥ ਹੈ। ਇਹ 4 ਪਦਾਰਥ ਗੁਰਬਾਣੀ ਮੰਨਦੀ ਹੈ। ਐਸਾ ਗਿਆਨ ਪਦਾਰਥ ਨਾਮ, ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਇਸ ਤਰ੍ਹਾਂ ਦਾ ਉਸ ਪ੍ਰਭੂ ਪਰਮਾਤਮਾ ਦਾ ਗਿਆਨ ਹੈ ਨਾ ਜਿਹੜਾ, ਇਹ ਨਾਮ ਪਦਾਰਥ ਤੋਂ ਪ੍ਰਾਪਤ ਹੁੰਦਾ ਹੈ। ਇਹਨੂੰ ਵੀ ਥੋੜਾ ਜਿਹਾ ਸਮਝਣਾ ਪਏਗਾ। ਗਿਆਨ ਹੈ ਜਿਹੜਾ, ਇਹ ਮਨੁੱਖ ਦੇ ਅੰਦਰ ਇੱਕ ਪ੍ਰਕਾਰ ਦਾ ਸੋਮਾ ਹੈ। ਜਿਵੇਂ ਪਹਾੜਾਂ ਦੇ ਵਿੱਚੋਂ ਝਰਨੇ ਨੇ ਜਿਹੜੇ, ਉਹ ਆਪਣੇ ਆਪ ਫੁੱਟਦੇ ਨੇ ਤੇ ਫਿਰ ਅੱਗੇ ਦਰਿਆ ਬਣ ਕੇ ਉਹਨਾਂ ਦਾ ਵਹਿਣ ਚੱਲ ਪੈਂਦਾ ਹੈ। ਕੋਈ ਉੱਥੇ ਖੋਦ ਕੇ ਨਹੀਂ ਲੈ ਕੇ ਆਉਂਦਾ, ਨਾ ਹੀ ਕੋਈ ਉੱਥੇ ਖੂਹ ਪੱਟ ਕੇ ਪਾਣੀ ਕੱਢਦਾ ਹੈ। ਕੁਦਰਤੀ ਤੌਰ ਤੇ ਆਪਣੇ ਆਪ ਝਰਨੇ ਨੇ ਜਿਹੜੇ, ਉਹ ਫੁੱਟ ਪੈਂਦੇ ਨੇ ਪਹਾੜਾਂ ਦੀ ਹਿੱਕ ਪਾੜ ਕੇ, ਤੇ ਉਹ ਪਾਣੀ ਜਿਹੜਾ ਫਿਰ ਉਹ ਅੱਗੇ ਵਹਿਣ ਬਣ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਨਾਮ ਜਪਦੇ ਹਾਂ, ਸਾਨੂੰ ਕੁਝ ਵੀ ਪਤਾ ਨਾ ਹੋਵੇ, ਕੁਝ ਵੀ ਗਿਆਨ ਨਾ ਹੋਵੇ, ਨਾਮ ਦੇ ਵਿੱਚ ਸਮਰੱਥਾ ਹੈ। ਨਾਵੇਂ ਅੰਦਰ ਹੋ ਵਸਾ, ਨਾਮ ਵਸੇ ਮਨ ਮਾਹੇ। ਗੁਰੂ ਮਹਾਰਾਜ ਜੀ ਨੇ, ਸੱਚੇ ਸਤਿਗੁਰ ਨੇ ਗੁਰਬਾਣੀ ਦੇ ਅੰਦਰ ਸਾਨੂੰ ਦੱਸਿਆ ਵੀ ਮੇਰਾ ਵਸ ਹੈ ਨਾ ਜਿਹੜਾ, ਉਹ ਨਾਮ ਦੇ ਵਿੱਚ ਹੈ। ਤੇ ਨਾਮ ਹੈ ਜਿਹੜਾ, ਉਹ ਮਨ ਦੇ ਵਿੱਚ ਵਸ ਜਾਵੇ। ਜਦੋਂ ਨਾਮ ਮਨ ਦੇ ਵਿੱਚ ਵਸ ਗਿਆ ਤੇ ਪ੍ਰਭੂ ਪਰਮਾਤਮਾ ਦਾ ਵਾਸਾ ਹੈ ਨਾਮ ਦੇ ਵਿੱਚ, ਫਿਰ ਉਹ ਵੀ ਮਨ ਦੇ ਵਿੱਚ ਆਣ ਕੇ ਵਸ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਤਰੀਕਾ ਦੱਸਿਆ ਹੈ ਵੀ ਪ੍ਰਭੂ ਪਰਮਾਤਮਾ ਨੂੰ ਅਸੀਂ ਮਨ ਦੇ ਵਿੱਚ ਕਿਵੇਂ ਵਸਾਣਾ। ਨਾਵੇਂ ਅੰਦਰ ਹੋ ਵਸਾ, ਨਾਮ ਵਸੇ ਮਨ ਮਾਹੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮੇਰਾ ਵਸ ਹੈ ਜਿਹੜਾ, ਉਹ ਨਾਮ ਦੇ ਵਿੱਚ। ਜਿਹੜਾ ਵਾਹਿਗੁਰੂ ਵਾਹਿਗੁਰੂ ਆਖਦਾ ਹੈ, ਉਹਦੇ ਅੰਦਰ ਫਿਰ ਮੇਰਾ ਵਾਸਾ ਹੋ ਜਾਂਦਾ ਹੈ। ਕਿਉਂਕਿ ਨਾਮ ਦੇ ਵਿੱਚ ਮੇਰਾ ਵਾਸਾ ਹੈ, ਨਾਮ ਅੰਦਰ ਚੱਲ ਪਿਆ ਤੇ ਨਾਮ ਦੇ ਵਿੱਚ ਮੈਂ ਵਸਿਆ ਹੋਇਆ। ਜਿਵੇਂ ਮਿਠਾਸ ਹੈ ਜਿਹੜੀ, ਇਹ ਕਿਸੇ ਨੇ ਅੱਜ ਤੱਕ ਵੇਖੀ ਨਹੀਂ। ਅਸੀਂ ਵੇਖੀਏ ਖੰਡ, ਅਸੀਂ ਵੇਖਿਆ ਗੁੜ, ਅਸੀਂ ਹੋਰ ਮਿੱਠੇ ਪਦਾਰਥ ਵੇਖੇ ਨੇ, ਪਰ ਕੋਈ ਇਹ ਨਹੀਂ ਕਹਿ ਸਕਦਾ ਵੀ ਜਿਹੜਾ ਮਿੱਠਾ ਹੁੰਦਾ ਨਾ, ਉਹਦਾ ਰੰਗ ਕਿਸ ਤਰ੍ਹਾਂ ਦਾ ਹੈ। ਖੰਡ ਚਿੱਟੀ ਹੈ ਤੇ ਹੁਣ ਇਹ ਵੀ ਮਿੱਠੀ ਹੈ। ਗੁੜ ਜਿਹੜਾ ਹੈ ਇਹ ਲਾਲ ਰੰਗ ਦਾ ਹੁੰਦਾ, ਕਾਲੇ ਰੰਗ ਦਾ ਹੁੰਦਾ ਤੇ ਮਿੱਠਾ ਇਹਦੇ ਵਿੱਚ ਵੀ ਹੈ। ਗੰਨਾ ਹਰੇ ਰੰਗ ਦਾ ਹੁੰਦਾ, ਮਿੱਠਾ ਇਹਦੇ ਵਿੱਚ ਵੀ ਹੈ। ਅੰਗੂਰਾਂ ਦਾ ਆਪਣਾ ਇੱਕ ਰੰਗ ਹੁੰਦਾ, ਮਿੱਠਾ ਇਹਦੇ ਵਿੱਚ ਵੀ ਹੈ। ਹੁਣ ਰੰਗ ਕਰਕੇ ਮਿੱਠਾ ਨਹੀਂ ਹੈਗਾ। ਮਿਠਾਸ ਹੈ ਜਿਹੜੀ, ਉਹ ਅੱਜ ਤੱਕ ਕਿਸੇ ਨੇ ਨਹੀਂ ਵੇਖੀ। ਸਿਰਫ ਜਦੋਂ ਖਾਈਦਾ ਨਾ, ਉਦੋਂ ਪਤਾ ਲੱਗਦਾ ਵੀ ਇਹ ਪਦਾਰਥ ਮਿੱਠਾ ਹੈ। ਇਸੇ ਤਰ੍ਹਾਂ ਕੁੜੱਤਣ ਹੈ, ਕੁੜੱਤਣ ਵੀ ਕਿਸੇ ਨੇ ਨਹੀਂ ਵੇਖੀ ਅੱਜ ਤੱਕ, ਪਰ ਕੁੜੱਤਣ ਹੈ ਜ਼ਰੂਰ। ਮਿਰਚ ਜਿਹੜੀ ਹਰੀ ਹੈ ਉਹਦੇ ਵਿੱਚ ਵੀ ਕੌੜਾਪਣ ਹੋਏਗਾ, ਮਿਰਚ ਜਿਹੜੀ ਲਾਲ ਹੈ ਉਹਦੇ ਵਿੱਚ ਵੀ ਕੌੜਾਪਣ ਹੋਏਗਾ। ਹੁਣ ਇਹ ਕੁੜੱਤਣ ਕਾਹਦੇ 'ਚ ਵਸੀ ਹੋਈ ਹੈ? ਇਹ ਭਾਈ ਕੌੜੇ ਪਦਾਰਥਾਂ 'ਚ ਵਸੀ ਹੋਈ। ਮਿਠਾਸ ਕਿਹਦੇ 'ਚ ਵਸੀ ਹੈ? ਇਹ ਮਿੱਠੇ ਪਦਾਰਥਾਂ 'ਚ ਵਸੀ ਹੈ, ਜਿਨ੍ਹਾਂ ਦੇ ਵਿੱਚ ਮਿਠਾਸ ਪ੍ਰਭੂ ਪਰਮਾਤਮਾ ਨੇ ਆਪ ਪਾਈ ਹੈ, ਵੇਖੀ ਕਿਸੇ ਨੇ ਨਹੀਂ। ਜਿਹੜਾ ਖਾਂਦਾ ਹੈ ਪਤਾ ਉਹਨੂੰ ਲੱਗਦਾ। ਜੇ ਕੋਈ ਆਖੇ ਨਾ, ਆਪਾਂ ਕਹਿ ਦਈਏ ਖਾ ਲਾ ਤੂੰ ਮਿੱਠਾ, ਤੇ ਉਹ ਆਖੂਗਾ ਪਹਿਲਾਂ ਇਹਦੇ ਵਿੱਚ ਜਿਹੜਾ ਮਿੱਠਾ ਉਹ ਵਿਖਾ ਮੈਨੂੰ, ਤੇ ਕਿਵੇਂ ਵਿਖਾਵਾਂਗੇ? ਨਹੀਂ ਵਿਖਾਇਆ ਜਾਂਦਾ ਨਾ। ਬਸ ਇਸੇ ਕਰਕੇ ਹੀ ਜਿਹੜੇ ਲੋਕ ਨਾਸਤਕ ਨੇ ਨਾ, ਜਿਹੜੇ ਗੁਰੂ ਤੋਂ ਬੇਮੁਖ ਨੇ, ਉਹਨਾਂ ਦੇ ਅੱਗੇ ਫਿਰ ਸਾਨੂੰ ਚੁੱਪ ਕਰਨੀ ਪੈਂਦੀ ਹੈ। ਭਈ ਇਹਨੂੰ ਗੱਲ ਦੀ ਸਮਝ ਨਹੀਂ, ਜਿਹੜਾ ਦਿਸਦਾ ਹੀ ਨਹੀਂ ਉਹਨੂੰ ਕਿਵੇਂ ਵਿਖਾ ਸਕੀਏ? ਹੁਣ ਮਿੱਠਾ ਦਿਸਦਾ ਨਹੀਂ ਤੇ ਮਿੱਠਾ ਕਿਵੇਂ ਵਿਖਾਈਏ ਕਿਸੇ ਨੂੰ? ਇਹ ਤਾਂ ਖਾਵਾਂਗੇ ਤੇ ਮੂੰਹ ਮਿੱਠਾ ਹੋਏਗਾ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਫਿਰ ਸਾਨੂੰ ਦੱਸਿਆ ਵੀ ਨਾਮ ਹੈ ਵਾਹਿਗੁਰੂ, ਇਹਨੂੰ ਤੁਸੀਂ ਜ਼ਬਾਨ ਦੇ ਨਾਲ ਛਕਣਾ ਕਰੋ। ਜਦੋਂ ਜ਼ਬਾਨ ਦੇ ਨਾਲ ਛਕੋਗੇ ਤੇ ਇਹਦੇ ਵਿੱਚ ਪ੍ਰਭੂ ਪਰਮਾਤਮਾ ਦਾ ਜੋ ਵਸ ਹੈ ਨਾ, ਉਹ ਭਾਈ ਮਨੁੱਖ ਦੇ ਅੰਦਰ ਵਸ ਜਾਂਦਾ ਹੈ। ਜਿਵੇਂ ਮਿੱਠਾ ਮੂੰਹ ਦੇ ਵਿੱਚ ਪਾਇਆ, ਜ਼ਬਾਨ ਮਿੱਠੀ ਹੋ ਜਾਂਦੀ ਹੈ, ਮੂੰਹ ਮਿੱਠਾ ਹੋ ਜਾਂਦਾ ਹੈ। ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੇ ਨਾਲ ਅੰਦਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਮਿਠਾਸ ਬਣ ਜਾਂਦੀ ਹੈ। ਇਹਨੂੰ ਆਖਿਆ ਜਾਂਦਾ ਹੈ ਨਾਮ ਪਦਾਰਥ। ਇੱਕ ਪਦਾਰਥ ਹੈ, ਜਿਵੇਂ ਖੰਡ ਪਦਾਰਥ ਹੈ, ਗੁੜ ਪਦਾਰਥ ਹੈ, ਇਹ ਨਾਮ ਪਦਾਰਥ ਹੈ। ਇਹਨੂੰ ਪਦਾਰਥ ਦੀ ਤਰ੍ਹਾਂ ਮੂੰਹ ਦੇ ਨਾਲ ਛਕਣਾ ਪੈਣਾ। ਮੇਰੇ ਖਿਆਲ ਉਹਨੂੰ ਗੱਲ ਪਕੜ 'ਚ ਆ ਗਈ ਹੋਣੀ ਹੈ। ਐਸਾ ਗਿਆਨ ਪਦਾਰਥ ਨਾਮ, ਜਦੋਂ ਤੱਕ ਅਸੀਂ ਮਿੱਠਾ ਨਹੀਂ ਖਾਂਦੇ ਸਾਨੂੰ ਗਿਆਨ ਨਹੀਂ ਹੋਏਗਾ ਵੀ ਇਹ ਮਿੱਠਾ ਕਿ ਕੌੜਾ ਹੈ। ਕੋਈ ਚੀਜ਼ ਖਾਵਾਂਗੇ ਤੇ ਫਿਰ ਹੀ ਪਤਾ ਲੱਗੇਗਾ ਨਾ ਵੀ ਇਹ ਮਿੱਠੀ ਤੇ ਕੌੜੀ। ਉਸੇ ਤਰ੍ਹਾਂ ਨਾਮ ਪਦਾਰਥ ਹੈ, ਪਰ ਇਹਨੂੰ ਵੀ ਛਕਣਾ ਪੈਣਾ, ਨਾਮ ਜਪਣਾ ਪੈਣਾ, ਅਭਿਆਸ ਕਰਨਾ ਪੈਣਾ, ਤੇ ਫਿਰ ਐਸਾ ਗਿਆਨ, ਫਿਰ ਇਹਦੇ ਤੋਂ ਇਸ ਤਰ੍ਹਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ
ਜੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਸ ਪਾਵਨ ਸ਼ਬਦ ਦੇ ਅੰਦਰ ਦੱਸ ਰਹੇ ਨੇ। ਮੈਂ ਇੱਕ ਵਾਰੀ ਥੋੜੀ ਜਿਹੀ ਹੋਰ ਰਿਪੀਟ ਕਰਾਂਗਾ ਤਾਂ ਕਿ ਗੱਲ ਪਕੜ ਦੇ ਵਿੱਚ ਆ ਜਾਵੇ। ਐਸਾ ਗਿਆਨ ਪਦਾਰਥ ਨਾਮ, ਐਸਾ ਦਾ ਅਰਥ ਹੁੰਦਾ ਇਸ ਤਰ੍ਹਾਂ ਦਾ। ਹੁਣ ਕਿਸ ਤਰ੍ਹਾਂ ਦਾ? ਜਿਸ ਤਰ੍ਹਾਂ ਦਾ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦੱਸਿਆ, ਕਿਉਂਕਿ ਰਾਹੋਂ ਵਾਲੀਆਂ ਜਿਹੜੀਆਂ ਤੁਕਾਂ ਹੁੰਦੀਆਂ ਨੇ ਇਹਨਾਂ ਦੇ ਅੰਦਰ ਸ਼ਬਦ ਦਾ ਸਾਰਾ ਸਾਰ ਹੁੰਦਾ ਹੈ। ਐਸਾ ਇਸ ਤਰ੍ਹਾਂ ਦਾ ਗਿਆਨ ਹੈ ਜਿਹੜਾ ਜੋ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਜੀ ਨੇ ਦੱਸਿਆ। ਪਦਾਰਥ ਨਾਮ ਪਦਾਰਥ ਹੈ ਤੇ ਇਸ ਦੇ ਜਪਿਆ, ਇਸ ਦਾ ਅਭਿਆਸ ਕੀਤਾ ਫਿਰ ਮਨੁੱਖ ਦੇ ਅੰਦਰ ਆਪਣੇ ਆਪ ਪੈਦਾ ਹੁੰਦਾ। ਉਹਨੇ ਇੱਥੇ ਪੜ੍ਹਿਆ ਜਾਂ ਅਨਪੜ੍ਹ ਜਿਹੜਾ ਇਹਦੀ ਅਹਿਮੀਅਤ ਖਤਮ ਹੋ ਗਈ। ਕੋਈ ਕਿੰਨਾ ਵੀ ਪੜ੍ਹਿਆ ਨਾਮ ਅਭਿਆਸ ਨਹੀਂ ਕਰਦਾ ਤੇ ਉਹਨੂੰ ਇਹ ਗਿਆਨ ਨਹੀਂ ਆਏਗਾ। ਬਿਲਕੁਲ ਅਨਪੜ੍ਹੇ ਵਾਹਿਗੁਰੂ ਦਾ ਅਭਿਆਸ ਕਰਦਾ ਤੇ ਉਹਨੂੰ ਇਹ ਸੋਝੀ ਆ ਜਾਣੀ ਹੈ। ਸੋ ਇਸ ਤਰ੍ਹਾਂ ਅਭਿਆਸ ਕੀਤਿਆਂ ਫਿਰ ਇਹ ਨਾਮ ਪਦਾਰਥ ਦੁਆਰਾ ਪ੍ਰਭੂ ਪਰਮਾਤਮਾ ਦੇ ਗਿਆਨ ਦਾ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਅੰਦਰ ਅਨੁਭਵ ਪੈਦਾ ਹੁੰਦਾ ਹੈ ਜੀ। ਗੁਰਮੁਖ ਪਾਵਸ ਰਸ ਰਸ ਮਾਣ। ਹੁਣ ਜਦੋਂ ਆਪਾਂ ਕਿਸੇ ਪਦਾਰਥ ਨੂੰ ਮੂੰਹ ਦੇ ਵਿੱਚ ਪਾ ਕੇ ਛਕਦੇ ਹਾਂ ਤੇ ਉਹਦੇ ਵਿੱਚੋਂ ਨਾ ਰਸ ਨਿਕਲਦਾ ਹੈ। ਕੋਈ ਵੀ ਪਦਾਰਥ ਹੈ ਉਹਨੂੰ ਜਦੋਂ ਮੂੰਹ 'ਚ ਪਾ ਕੇ ਛਕਦੇ ਹਾਂ ਤੇ ਉਹਦੇ ਵਿੱਚੋਂ ਰਸ ਨਿਕਲਦਾ। ਉਹ ਜਿਹੜਾ ਰਸ ਹੈ ਉਹ ਫਿਰ ਸਾਡੀ ਜ਼ਬਾਨ ਨੂੰ ਜਦੋਂ ਸਪਰਸ਼ ਕਰਦਾ ਤੇ ਫਿਰ ਸਾਡਾ ਮੂੰਹ, ਸਾਡੀ ਜ਼ਬਾਨ ਹੈ ਜਿਹੜੀ ਇਹ ਦੱਸਦੀ ਹੈ ਵੀ ਇਹ ਮਿੱਠਾ ਹੈ। ਹੁਣ ਗੁਰੂ ਮਹਾਰਾਜ ਜੀ ਦੱਸਦੇ ਨੇ ਗੁਰਮੁਖ ਪਾਵਸ, ਜਿਹੜਾ ਗੁਰਮੁਖ ਹੈ ਨਾ ਉਹ ਪ੍ਰਾਪਤ ਕਰ ਲੈਂਦਾ। ਪਾਵਸ ਦਾ ਅਰਥ ਹੁੰਦਾ ਪਾ ਲੈਣਾ, ਪ੍ਰਾਪਤ ਕਰ ਲੈਣਾ। ਰਸ ਮਾਣ, ਰਸ ਦਾ ਅਰਥ ਹੁੰਦਾ ਹੈ ਰਸਦਾਰ ਤੇ ਸਵਾਦ। ਜਿਵੇਂ ਅਸੀਂ ਵਾਹਿਗੁਰੂ ਆਖਦੇ ਹਾਂ ਉਵੇਂ ਰਸ ਆਉਂਦਾ ਹੈ। ਜਿਵੇਂ ਅਸੀਂ ਮੂੰਹ ਨੂੰ ਪਦਾਰਥ ਨੂੰ ਮੂੰਹ 'ਚ ਪਾ ਕੇ ਚਬਾਨੇ ਹਾਂ ਨਾ, ਚਿੱਤਦੇ ਹਾਂ, ਮੂੰਹ ਹਿੱਲਦਾ ਹੈ, ਉਵੇਂ ਫਿਰ ਉਸ ਦੇ ਵਿੱਚੋਂ ਰਸ ਨਿਕਲਦਾ ਹੈ। ਮਾਣ ਤੇ ਫਿਰ ਅਸੀਂ ਉਹਨੂੰ ਮੰਨਣਾ ਕਰਦੇ ਹਾਂ ਰਸ ਨੂੰ। ਗੁਰਮੁਖ ਪਾਵਸ ਰਸ ਮਾਣ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਗੁਰਮੁਖ ਹੈ ਉਹ ਮੁਖ ਦੇ ਨਾਲ ਵਾਹਿਗੁਰੂ ਨਾਮ ਜਪ ਕੇ ਤੇ ਇਸ ਸਵਾਦ ਦਾ ਫਿਰ ਮੰਨਣਾ ਕਰਦਾ ਹੈ। ਮਾਣ ਦਾ ਅਰਥ ਇੱਥੇ ਹੰਕਾਰ ਨਹੀਂ, ਇੱਥੇ ਮਾਣ ਦਾ ਅਰਥ ਹੈ ਮੰਨਣਾ। ਮੰਨਣ ਦਾ ਅਰਥ ਹੁੰਦਾ ਭੋਗਣਾ ਦਾ ਅਰਥ ਹੁੰਦਾ ਜੋ ਅਸੀਂ ਖਾ ਰਹੇ ਹਾਂ ਨਾ ਉਸ ਦਾ ਜੋ ਸਾਨੂੰ ਆਨੰਦ ਤੇ ਸੁੱਖ ਆ ਰਿਹਾ ਹੈ ਉਸ ਨੂੰ ਅਸੀਂ ਮਾਣ ਰਹੇ ਹਾਂ। ਐਸਾ ਗਿਆਨ ਪਦਾਰਥ ਨਾਮ, ਉਹ ਨਾਮ ਜਪਣ ਦੇ ਨਾਲ ਇਹ ਪਦਾਰਥ ਹੈ ਜਿਹੜਾ ਮਨੁੱਖ ਨੂੰ ਅੰਦਰੋਂ ਗਿਆਨ ਪੈਦਾ ਹੁੰਦਾ ਹੈ। ਜਿਹੜਾ ਗੁਰਮੁਖ ਹੈ ਉਹ ਵਾਹਿਗੁਰੂ ਜਪ ਕੇ ਇਸ ਰਸ ਨੂੰ ਮੰਨਣਾ ਕਰਦਾ ਹੈ ਜੀ। ਰਹਾਉ ਗਿਆਨ ਕਥੈ ਸਭ ਕੋਈ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਰਾਹੋਂ ਵਾਲੀਆਂ ਤੁਕਾਂ ਤੋਂ ਉਪਰੰਤ ਕਿਰਪਾ ਕਰਦੇ ਨੇ। ਗਿਆਨ ਸਾਰੇ ਅਸੀਂ ਆਖ ਦਿੰਦੇ ਹਾਂ ਗਿਆਨ, ਆ ਵੀ ਗਿਆਨ ਨੇ, ਉਹ ਵੀ ਗਿਆਨ ਨੇ, ਇੱਧਰਲਾ ਵੀ ਗਿਆਨ ਹੈ, ਉੱਧਰਲਾ ਵੀ। ਕਥੇ ਸਭ ਕੋਈ, ਇਹ ਸਾਰੇ ਕਥਨ ਕਰਦੇ ਨੇ। ਇਹਨੂੰ ਵੀ ਥੋੜਾ ਜਿਹਾ ਨਾ ਸਮਝਣਾ ਪੈਣਾ ਹੈ। ਗਿਆਨ ਕਥੇ ਸਭ ਕੋਈ। ਜੇ ਕਿਤੇ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੁੰਦਾ ਨਾ ਭਈ ਰੱਬ ਦੀ ਸ਼ਕਲ ਇਸ ਤਰ੍ਹਾਂ ਦੀ ਏ ਤੇ ਅਸੀਂ ਪੜ੍ਹ ਕੇ ਨਾ ਉਹ ਸ਼ਕਲ ਹੈ ਜਿਹੜੀ ਪਰਮਾਤਮਾ ਦੀ ਸਾਰਿਆਂ ਨੇ ਦੱਸਣ ਲੱਗ ਜਾਣਾ ਸੀ, ਭਾਵੇਂ ਕਿਸੇ ਨੇ ਵੇਖਿਆ ਹੁੰਦਾ ਤੇ ਭਾਵੇਂ ਨਾ ਵੇਖਿਆ ਹੁੰਦਾ। ਜੇ ਤਾਂ ਭਾਈ ਥੋੜੀ ਜਿਹੀ ਬਿਰਤੀ ਕਾਗਰ ਕਰ ਲਵੋਗੇ ਤੇ ਫਿਰ ਤਾਂ ਗੱਲ ਦੀ ਸਮਝ ਆ ਜਾਵੇਗੀ, ਨਹੀਂ ਤਾਂ ਉੱਤੋਂ ਦੀ ਲੰਘ ਜਾਣਾ ਸਾਰਾ ਕੁਝ ਹੀ। ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਜਿਹੜੇ ਨੇ ਉਹਨਾਂ ਨੇ ਗੁਰਬਾਣੀ ਦੇ ਅੰਦਰ ਜੇ ਕਿਤੇ ਪਰਮਾਤਮਾ ਦੇ ਬਾਬਤ ਦੱਸਿਆ ਹੁੰਦਾ ਨਾ, ਜਿਵੇਂ ਬ੍ਰਹਮੇ ਦਾ ਦੱਸਿਆ ਵੀ ਇਹਦੇ 4 ਮੂੰਹ ਨੇ, शिव जी का दसिया भी ये अकत धूरा खांदा पींदा है, तो इस तरह विष्णु का दसिया भी ये ना शेष नांग दे सीजा बना के ते उहदे ते सौंदा है। जे किते गुरु महाराज जी ने जां किसी साधु संत ने परमात्मा के बारे दसिया हुंदा ना भी वो परमात्मा काल पुरख वाहिगुरू इस तरह का, ते असी ना सारिया ने कथा करन लगिया ने ना उस परमात्मा का जिहड़ा वो चित्रण सी ना उनकी बड़ी व्याख्या करया करनी सी, पर वो परमात्मा सच्चे सतगुरु ने जिहड़े उनके बाबत गुरबाणी के अंदर कोई चित्र दिता ही नहीं, कोई फोटो बनाई नहीं हैगी। इस करके फिर असी चुप हाँ। इनू आख देंदे ने ज्ञान, ज्ञान भाव ज्ञान तो अगे ज्ञान। कई हुई गल नूं सुन के ना वेख्या कुछ भी नहीं, समझ कोई नहीं,
ਮੈਂ ਕਿਸੇ ਤੋਂ ਸੁਣੀ ਹੈ ਤੁਹਾਨੂੰ ਦੱਸ ਦਿੱਤੀ ਹੈ, ਤੁਸੀਂ ਮੇਰੇ ਤੋਂ ਸੁਣ ਕੇ ਅੱਗੇ ਕਿਸੇ ਨੂੰ ਦੱਸ ਦਿੱਤੀ, ਪਤਾ ਤੁਹਾਨੂੰ ਵੀ ਨਹੀਂ ਤੇ ਪਤਾ ਮੈਨੂੰ ਵੀ ਨਹੀਂ। ਇੱਕ ਨਿੱਕਾ ਜਿਹਾ ਨੁਕਤਾ ਉਹਦੇ ਨਾਲ ਸ਼ਾਇਦ ਗੱਲ ਦੀ ਸਮਝ ਆ ਜਾਵੇ। ਇੱਕ ਜਾਨਵਰ ਜਿਹਾ ਹੈ, ਇਹਨੂੰ ਟੀਵੀ ਤੇ ਵੀ ਬੜਾ ਵਿਖਾਉਂਦੇ ਨੇ ਤੇ ਹੋਰ ਵੀ ਬੜਾ ਇਹਦਾ ਪ੍ਰਚਾਰ ਕਰਦੇ ਨੇ। ਕਹਿੰਦੇ ਨੇ ਇਹ ਬੜੇ ਪੁਰਾਣੇ ਸਮੇਂ ਦੇ ਵਿੱਚ ਹੋਇਆ ਕਰਦਾ ਸੀ ਤੇ ਹੁਣ ਨਹੀਂ। ਇਹਦਾ ਹੁਣ ਥੋੜਾ ਜਿਹਾ ਮੈਨੂੰ ਨਾਂ ਭੁੱਲ ਗਿਆ, ਫੋਟੋ ਜੀ ਤਾਂ ਮੇਰੇ ਸਾਹਮਣੇ ਆਈ ਹੈ। ਕਹਿੰਦੇ ਬੰਦੇ ਬੜੇ ਖਾਂਦਾ ਹੁੰਦਾ ਸੀ, ਇਹ ਬੜਾ ਵੱਡਾ ਸੀ, ਇਹਦੇ ਆਂਡੇ ਵੀ ਬੜੇ ਵੱਡੇ ਹੁੰਦੇ ਆ ਕਹਿੰਦੇ ਸਨ। ਨਾ ਤਾਂ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਇਸ ਦਾ ਨਾਮ ਹੈ ਤੇ ਨਾ ਹੀ ਕਿਤੇ ਇਸ ਦਾ ਜ਼ਿਕਰ ਹੁੰਦਾ ਹੈ। ਬਸ ਵਿਗਿਆਨੀ ਨੇ ਜਿਹੜੇ, ਉਹਨਾਂ ਨੇ ਇਸ ਦੇ ਜਿਹੜੇ ਕੋਈ ਨੁਕਤੇ ਪਕੜੇ ਹੋਏ ਨੇ ਨਾ, ਉਹਨਾਂ ਦੇ ਆਧਾਰ ਤੇ ਇੱਕ ਦੂਜੇ ਨੂੰ ਦੱਸੀ ਜਾਂਦੇ ਨੇ ਤੇ ਲੋਕਾਂ ਨੇ ਉਹਦੀਆਂ ਫੋਟੋਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਵੇਖਿਆ ਹੋਵੇ ਕਿਸੇ ਨੇ ਨਹੀਂ ਹੈਗਾ, ਵੇਖਿਆ ਕਿਸੇ ਨੇ ਨਹੀਂ, ਉਹਦੀਆਂ ਫੋਟੋਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਹ ਗਿਆਨ ਹੈ ਜਿਹੜਾ ਝੂਠਾ ਗਿਆਨ ਹੈ, ਇਹ ਸੱਚਾ ਗਿਆਨ ਨਹੀਂ। ਸੱਚਾ ਗਿਆਨ ਉਹ ਹੁੰਦਾ ਹੈ ਜਿਹਨੂੰ ਵੇਖਿਆ ਹੋਵੇ। ਫਿਰ ਵਿਦਾਂਤ ਦੇ ਅੰਦਰ ਇਹਨੂੰ ਲਿਖਿਆ ਪਰੋਖ ਤੇ ਅਪਰੋਖ। ਪਈ ਗਿਆਨ ਦੋ ਪ੍ਰਕਾਰ ਦਾ, ਇੱਕ ਪਰੋਖ ਹੈ ਤੇ ਦੂਜਾ ਗਿਆਨ ਹੈ ਇਹ ਅਪਰੋਖ ਹੈ। ਮੈਂ ਪੰਜਾਬੀ 'ਚ ਬੋਲ ਕੇ ਦੱਸ ਦਿਆਂ। ਇੱਕ ਗਿਆਨ ਹੈ ਉਹਨੂੰ ਕਹਿੰਦੇ ਨੇ ਇਹ ਅੱਖੀ ਵੇਖਿਆ ਹੈ, ਤੇ ਇੱਕ ਗਿਆਨ ਹੈ ਕਹਿੰਦੇ ਵੇਖਿਆ ਤਾਂ ਹੈ ਨਹੀਂ, ਸੁਣਿਆ ਹੈ। ਵਿਦਾਂਤ ਦੇ ਅੰਦਰ ਇਹਨੂੰ ਪਰੋਖ ਤੇ ਅਪਰੋਖ ਆਖਿਆ। ਦੋ ਪ੍ਰਕਾਰ ਦਾ ਗਿਆਨ ਦੱਸਿਆ ਵੀ ਇੱਕ ਪਰੋਖ ਗਿਆਨ ਹੁੰਦਾ ਹੈ, ਇੱਕ ਅਪਰੋਖ ਗਿਆਨ ਹੁੰਦਾ ਹੈ। ਤੇ ਆਪਾਂ ਹੁਣ ਪੰਜਾਬੀ ਦੇ ਵਿੱਚ ਇਹਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਇੱਕ ਇਸ ਤਰ੍ਹਾਂ ਦਾ ਗਿਆਨ ਹੈ ਜਿਹਨੂੰ ਅਸੀਂ ਅੱਖਾਂ ਦੇ ਨਾਲ ਵੇਖਿਆ, ਤੇ ਇੱਕ ਇਸ ਤਰ੍ਹਾਂ ਦਾ ਗਿਆਨ ਹੈ ਜਿਹਨੂੰ ਅਸੀਂ ਅੱਖਾਂ ਦੇ ਨਾਲ ਨਹੀਂ ਵੇਖਿਆ, ਸੁਣਿਆ ਜ਼ਰੂਰ ਹੈ, ਕੰਨਾਂ ਦੇ ਨਾਲ ਸੁਣ ਲਿਆ ਹੈ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ ਵੀ ਜਿਹੜਾ ਕੰਨਾਂ ਦੇ ਨਾਲ ਸੁਣ ਲਿਆ ਨਾ, ਇਹ ਸੱਚਾ ਗਿਆਨ ਨਹੀਂ ਹੈਗਾ। ਅਸਲ ਸੱਚਾ ਗਿਆਨ ਉਹ ਹੈ ਜਿਹੜੀ ਆਪ ਦੀ ਮਿਹਨਤ ਕਰਕੇ ਉੱਥੋਂ ਤੱਕ ਪਹੁੰਚ ਕੇ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣਾ ਕੀਤਾ ਹੈ। ਗਿਆਨ ਕਥੈ ਸਭ ਕੋਈ, ਕਿਸੇ ਨੂੰ ਮਰਜ਼ੀ ਪੁੱਛ ਕੇ ਵੇਖ ਲਓ, ਉਹ ਵੀ ਗਿਆਨ ਦੀ ਗੱਲ ਕਰੇਗਾ। ਜਿਹੜਾ ਕੁਝ ਨਹੀਂ ਜਾਣਦਾ ਨਾ, ਜਿਹਨੂੰ ਕੁਝ ਪਤਾ ਨਹੀਂ, ਉਹਦੇ ਨਾਲ ਵੀ ਜੇ ਆਪਾਂ ਵਿਚਾਰਾਂ ਕਰਾਂਗੇ ਤੇ ਉਹ ਵੀ ਗਿਆਨ ਦੀ ਗੱਲ ਕਰੇਗਾ। ਇਸ ਤਰ੍ਹਾਂ ਗਿਆਨ ਦੀਆਂ ਕਥਾ ਨੇ ਜਿਹੜੀਆਂ ਇਹ ਸਾਰੇ ਕਰਦੇ ਨੇ, ਤੇ ਇਹ ਗਿਆਨ ਉਹ ਹੈ ਜਿਹਨੂੰ ਕੇਵਲ ਕੰਨਾਂ ਦੇ ਨਾਲ ਸੁਣਿਆ ਹੈ। ਮੈਨੂੰ ਕਿਸੇ ਨੇ ਦੱਸ ਦਿੱਤਾ, ਮੈਂ ਅੱਗੇ ਤੁਹਾਨੂੰ ਦੱਸ ਦਿੱਤਾ, ਤੁਸੀਂ ਅੱਗੇ ਕਿਸੇ ਹੋਰ ਨੂੰ ਦੱਸ ਦਿੱਤਾ। ਵੇਖਿਆ ਜਿੰਨੇ ਮੈਨੂੰ ਦੱਸਿਆ ਉਹਨੇ ਵੀ ਨਹੀਂ, ਤੇ ਵੇਖਿਆ ਮੈਂ ਵੀ ਨਹੀਂ, ਤੇ ਵੇਖਿਆ ਤੁਸੀਂ ਵੀ ਨਹੀਂ, ਤੇ ਨਾ ਹੀ ਵੇਖਣ ਦਾ ਯਤਨ ਕੀਤਾ, ਕੇਵਲ ਉਸ ਗੱਲ ਨੂੰ ਕਥਾ ਬਣਾ ਕੇ ਅੱਗੇ ਤੋੜ ਲਿਆ। ਇਹਨੂੰ ਗੁਰੂ ਮਹਾਰਾਜ ਜੀ ਆਖਰੇ ਨੇ ਗਿਆਨ ਕਥੇ ਸਭ ਕੋਈ, ਕਤ ਖਤ ਬਾਦ ਕਰੇ ਦੁਖ ਹੋਈ। ਤੇ ਫਿਰ ਇਹ ਗਿਆਨ ਹੈ ਨਾ ਜਿਹੜਾ, ਇਹਦੇ ਨਾਲ ਅਸੀਂ ਲੜਦੇ ਹਾਂ। ਬਾਦ ਦਾ ਅਰਥ ਹੁੰਦਾ ਲੜਨਾ, ਕਤ ਬਾਦ। ਹੁਣ ਵੇਖੋ, ਸੁਣਨ ਵਾਲੇ 4-5 ਜਾਣੇ ਨੇ ਤੇ ਸੁਣਾਉਣ ਵਾਲਾ ਇੱਕ ਹੈ। ਇੱਕ ਜਾਣੇ ਨੇ ਕੋਈ ਗੱਲ ਸੁਣਾਈ ਹੈ ਤੇ ਉਹ 4-5 ਜਾਣਿਆਂ ਨੇ ਸੁਣੀ ਹੈ। ਜਦੋਂ ਸੁਣੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਸਮਝ ਆ ਗਈ ਹੈ, ਕਿਸੇ ਨੂੰ ਕਿਸੇ ਤਰ੍ਹਾਂ ਸਮਝ ਆ ਗਈ ਹੈ। ਸੁਣਿਆ ਨਾ, ਸੁਣੇ ਦੀ ਤਾਂ ਭਾਈ ਕਿਸੇ ਨੂੰ ਕਿਸੇ ਤਰ੍ਹਾਂ ਸਮਝ ਆ ਗਈ ਹੈ, ਕਿਸੇ ਨੂੰ ਕਿਸੇ ਤਰ੍ਹਾਂ ਸਮਝ ਆ ਗਈ ਹੈ। ਕਥ ਬਾਅਦ ਫਿਰ ਉਹ ਦੋਵੇਂ ਆਪਸ ਵਿੱਚ ਲੜ ਪਏ ਨੇ। ਕਹਿੰਦਾ ਨਹੀਂ ਇਸ ਤਰ੍ਹਾਂ, ਦੂਜਾ ਕਹਿੰਦਾ ਨਹੀਂ ਇਸ ਤਰ੍ਹਾਂ, ਹੈ ਦੋਵੇਂ ਝੂਠੇ। ਬਾਤ ਕਰੇ ਦੁੱਖ ਹੋਈ, ਇਹਦੇ ਨਾਲ ਦੁੱਖ ਹੀ ਪੈਦਾ ਹੋਇਆ, ਸੁੱਖ ਨਹੀਂ ਪੈਦਾ ਹੋਇਆ। ਹੁਣ ਇਹ ਦੋਵਾਂ ਤੁਕਾਂ ਨੂੰ ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ ਭਈ ਅਸੀਂ ਕੰਨਾਂ ਦੇ ਨਾਲ ਗਿਆਨ ਹੈ ਜਿਹੜਾ ਉਹਨੂੰ ਸੁਣ ਲੈਂਦੇ ਹਾਂ। ਪਤਾ ਸਾਨੂੰ ਕੁਝ ਵੀ ਨਹੀਂ, ਸੋਝੀ ਸਾਨੂੰ ਕੁਝ ਵੀ ਨਹੀਂ। ਗਿਆਨ ਕਥੇ ਸਭ ਕੋਈ, ਤੇ ਅਸੀਂ ਫਿਰ ਕਹਿ ਦਿੰਦੇ ਹਾਂ ਮੇਰੇ ਵਰਗਾ ਗਿਆਨੀ ਕੋਈ ਨਹੀਂ, ਕਿਉਂਕਿ ਕੰਨਾਂ ਦੇ ਨਾਲ ਸੁਣ ਲਿਆ ਨਾ। ਕੰਨਾਂ ਦੇ ਨਾਲ ਸੁਣ ਕੇ ਅਸੀਂ ਬੜੇ ਵੱਡੇ ਗਿਆਨੀ ਬਣ ਗਏ ਹਾਂ। ਕਥ ਬਾਅਦ ਫਿਰ ਅਸੀਂ ਉਹਨੂੰ ਨਾ ਕਥ ਕੇ, ਕਥ ਦਾ ਅਰਥ ਹੁੰਦਾ ਕਥਾ ਕਰਨੀ। ਮੈਂ ਕਥਾ ਕੀਤੀ ਹੈ, ਕਿਸੇ ਹੋਰ ਨੇ ਸੁਣੀ ਹੈ, ਉਹਨੇ ਕਹਿ ਦਿੱਤਾ ਇਸ ਤਰ੍ਹਾਂ ਥੋੜ੍ਹੀ ਹੈ, ਤਾਂ ਗਿਆਨੀ ਜੀ ਝੂਠ ਮਾਰੀ ਜਾਂਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਉਹਨੇ ਕਿਸੇ ਹੋਰ ਤਰੀਕੇ ਨਾਲ ਕਹਿ ਦਿੱਤੀ ਹੈ। ਫਿਰ ਆਪਸ ਦੇ ਵਿੱਚ ਅਸੀਂ ਦੋਵੇਂ ਗਿਆਨੀ ਆ ਨਾ ਜਿਹੜੇ ਡਾਂਗੋ ਸੋਟੀ ਹੋ ਗਏ ਆ। ਇਹੀ ਚੱਲ ਰਿਹਾ ਨਾ ਅੱਜ ਦੇ ਸਮਾਜ ਦੇ ਵਿੱਚ। ਆਪਣੇ ਸਿੱਖ ਧਰਮ ਦੀਆਂ ਕਿੰਨੀਆਂ ਸੰਪਰਦਾਈਆਂ ਨੇ, ਉਂਗਲਾਂ ਦੇ ਉੱਤੇ ਗਿਣੀਆਂ ਨਹੀਂ ਜਾ ਸਕਦੀਆਂ, ਇਤਨੀਆਂ ਸੰਪਰਦਾਈਆਂ ਨੇ, ਤੇ ਗਿਆਨੀ ਵੀ ਇਤਨੇ ਹੋ ਗਏ ਨੇ। ਇੱਟ ਪੱਟੋ ਤੇ ਥੱਲੋਂ ਗਿਆਨੀ ਨਿਕਲ ਆਉਂਦਾ ਹੈ। ਪਰ ਇਹ ਸਾਰੇ ਗਿਆਨੀ ਜਿਹੜੇ ਨੇ ਨਾ, ਇਹ ਹਨ ਮੇਰੇ ਵਰਗੇ ਤਕਰੀਬਨ। ਕੋਈ ਇੱਕ ਅੱਧਾ ਵਿੱਚੋਂ ਚੰਗਾ ਵੀ ਹੋਵੇ ਤੇ ਕਹਿ ਨਹੀਂ ਸਕਦੇ, ਬਾਕੀ ਸਾਰੇ ਮੇਰੇ ਵਰਗੇ ਹੀ ਨੇ, ਜਿਨ੍ਹਾਂ ਨੇ ਕੇਵਲ ਤੇ ਕੇਵਲ ਸੁਣੀ ਸੁਣਾਈ ਗੱਲ ਹੈ ਜਿਹੜੀ ਉਹ ਅੱਗੇ ਲੋਕਾਂ ਨੂੰ ਦੱਸ ਦਿੱਤੀ ਹੈ। ਪ੍ਰਾਪਤੀ ਜਿਹੜੀ ਉਹ ਨਹੀਂ ਹੈਗੀ।
ਤੇ ਫਿਰ ਸੁਣੀ ਸੁਣਾਈ ਗੱਲ ਹੈ ਜਿਹੜੀ ਉਹਦੇ ਉੱਤੇ ਫਿਰ ਅਸੀਂ ਝੇੜੇ ਖੜੇ ਕਰ ਲੈਂਦੇ ਹਾਂ, ਲੜਾਈਆਂ ਖੜੀਆਂ ਕਰ ਲੈਂਦੇ ਹਾਂ। ਇਹ ਇਸ ਤਰ੍ਹਾਂ ਨਹੀਂ, ਇਹ ਇਸ ਤਰ੍ਹਾਂ ਹੈ, ਤੇ ਫਿਰ ਇੱਕ ਦੂਜੇ ਦੇ ਨਾਲ ਅਸੀਂ ਸਿਰ ਪਾੜਨ ਤੱਕ ਜਾਂਦੇ ਹਾਂ। ਇਹ ਗੱਲ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ। ਪਹਿਲੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਦੱਸਿਆ ਸੀ ਭਈ ਉਹ ਪ੍ਰਭੂ ਪਰਮਾਤਮਾ ਸਾਡੇ ਅੰਦਰ ਵੱਸਦਾ। ਇਸ ਗੱਲ ਨੂੰ ਕੋਈ ਵਿਰਲਾ ਬੁੱਝਦਾ, ਜਿਸ ਦੇ ਅੰਦਰ ਡਾਰੇ ਉਹ ਭਗਤੀ ਕਰਨ ਲੱਗ ਜਾਂਦਾ ਤੇ ਪ੍ਰਭੂ ਪਰਮਾਤਮਾ ਦੇ ਸ਼ਬਦ ਦੇ ਵਿੱਚ ਰੰਗਿਆ ਜਾਂਦਾ, ਸੁਖ ਪਾਉਂਦਾ ਹੈ। ਫਿਰ ਰੋ ਵਾਲੀਆਂ ਤੁਕਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਇਹ ਦੱਸਿਆ ਵੀ ਨਾਮ ਪਦਾਰਥ ਹੈ। ਅਸਲ ਗਿਆਨ ਹੈ ਜਿਹੜਾ ਉਹ ਨਾਮ ਪਦਾਰਥ ਤੋਂ ਪੈਦਾ ਹੋਣਾ ਹੈ, ਉਵੇਂ ਪੈਦਾ ਨਹੀਂ ਹੋਣਾ। ਕੋਈ ਪਦਾਰਥ ਹੈ ਉਹਨੂੰ ਮੂੰਹ ਦੇ ਵਿੱਚ ਪਾ ਕੇ ਖਾਵੋਗੇ ਤੇ ਫਿਰ ਪਤਾ ਲੱਗੇਗਾ ਨਾ ਵੀ ਇਹਦਾ ਸਵਾਦ ਕੀ ਹੈ। ਉਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਗਿਆਨ ਹੈ ਜਿਹੜਾ ਉਹ ਨਾਮ ਪਦਾਰਥ ਹੈ ਜਿਹੜਾ ਉਹਦੇ ਤੋਂ ਪੈਦਾ ਹੋਣਾ, ਤੇ ਉਹ ਨਾਮ ਹੈ ਜਿਹੜਾ ਇਹਦਾ ਅਭਿਆਸ ਕਰਾਂਗੇ ਫਿਰ ਅੰਦਰੋਂ ਗਿਆਨ ਪੈਦਾ ਹੋਏਗਾ। ਜੇ ਨਾਮ ਦਾ ਅਸੀਂ ਅਭਿਆਸ ਹੀ ਨਹੀਂ ਕਰਦੇ, ਬਾਣੀ ਪੜ੍ਹਦੇ ਨਹੀਂ, ਨਾਮ ਅਭਿਆਸ ਨਹੀਂ ਕਰਦੇ, ਇਸ ਪਾਸੇ ਅਸੀਂ ਤੁਰਦੇ ਨਹੀਂ, ਤੇ ਫਿਰ ਸਾਨੂੰ ਇਹ ਗਿਆਨ ਹੈ ਜਿਹੜਾ ਇਹ ਨਹੀਂ ਪੈਦਾ ਹੋਏਗਾ। ਜੇ ਗਿਆਨ ਨਹੀਂ ਪੈਦਾ ਹੋਏਗਾ ਤੇ ਫਿਰ ਭਈ ਅਸੀਂ ਰੋਜੀ ਰੋਟੀ ਵੀ ਕਰਨੀ, ਉਹ ਕਿੱਥੋਂ ਖਾਈਏ। ਤੁਹਾਨੂੰ ਚਾਰ ਗੱਲਾਂ ਸੁਣਾ ਕੇ ਮੈਂ ਮਹੀਨੇ ਵਾਲੇ ਦਿਨ ਤਨਖਾਹ ਲੈਣੀ ਹੈ, ਮੈਂ ਆਪਣਾ ਢਿੱਡ ਢੋਲਣਾ, ਉਹ ਕਿਵੇਂ ਤੋਰਾਂ। ਫਿਰ ਮੈਨੂੰ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਸੁਣਨਾ ਪੈਣਾ। ਉਹ ਜਿਹੜਾ ਸੁਣਿਆ ਮੈਂ ਤੁਹਾਨੂੰ ਸੁਣਾ ਦਿੱਤਾ ਹੈ। ਜਦੋਂ ਮੈਂ ਤੁਹਾਨੂੰ ਸੁਣਾ ਦਿੱਤਾ ਹੈ ਤੇ ਉਹ ਭਾਈ ਕਿਸੇ ਹੋਰ ਗਿਆਨੀ ਨੇ ਕਿਸੇ ਹੋਰ ਤਰੀਕੇ ਨਾਲ ਸੁਣਿਆ, ਗੱਲ ਹੋਈ ਹੈ, ਉਹਨੇ ਹੋਰ ਤਰੀਕੇ ਦੇ ਨਾਲ ਦੱਸ ਦਿੱਤੀ ਹੈ। ਤੇ ਫਿਰ ਤੁਸੀਂ ਦੱਸ ਦਿੱਤਾ ਉਸ ਗਿਆਨੀ ਨੂੰ ਵੀ ਉਹ ਫਲਾਣੇ ਗਿਆਨੀ ਨੇ ਜਿਹੜੇ ਮਹਾਰਾਜ ਰਹਿੰਦੇ ਉਹ ਤਾਂ ਇਸ ਤਰ੍ਹਾਂ ਗੱਲ ਦੱਸਦੇ ਸੀ। ਤੇ ਫਿਰ ਉਹਨੇ ਮੇਰੀ ਕਾਟ ਕਰਨੀ ਸ਼ੁਰੂ ਕਰ ਦਿੱਤੀ, ਮੈਂ ਉਹਦੀ ਕਾਟ ਕਰਨੀ ਸ਼ੁਰੂ ਕਰ ਦਿੱਤੀ, ਤੇ ਅਸੀਂ ਦੋਵੇਂ ਆਪਸ ਦੇ ਵਿੱਚ ਡਾਂਗੋ ਸੋਟੀ ਹੋ ਗਏ। ਕਥ ਕਥ ਬਾਦ ਕਰੇ ਦੁੱਖ ਹੋਈ। ਗੁਰੂ ਜੀ ਕਹਿੰਦੇ ਨੇ ਜਿਹੜਾ ਸੁਣਿਆ ਸੁਣਾਇਆ ਗਿਆਨ ਨੇ ਨਾ ਪ੍ਰਾਪਤੀ ਨਹੀਂ ਕੀਤੀ, ਨਾਮ ਅਭਿਆਸੀ ਨਹੀਂ ਹੈਗਾ, ਬੰਦਗੀ ਨਹੀਂ ਹੈਗੀ, ਮਿਹਨਤ ਨਹੀਂ ਹੈਗੀ, ਤੇ ਕੇਵਲ ਉਹਦੇ ਨਾਲ ਲੜਾਈ ਜਿਹੜੀ ਹੈ ਨਾ ਉਹ ਅਸੀਂ ਕਰ ਸਕਦੇ ਹਾਂ। ਬਾਦ ਕਰੇ ਦੁੱਖ ਹੋਈ, ਤੇ ਇਸ ਲੜਾਈ ਤੋਂ ਫਿਰ ਕੀ ਹੁੰਦਾ, ਦੁੱਖ ਹੀ ਹੁੰਦਾ। ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਸੁੱਖ ਪਾਇਆ, ਇੱਥੇ ਵੀ ਦੁਖੀ, ਤੇ ਜਦੋਂ ਮਰਾਂਗੇ ਫਿਰ ਉਦੋਂ ਵੀ ਦੁਖੀ ਹੀ ਹੋਵਾਂਗੇ ਜੀ। ਕਥ ਕਹਿਣ ਤੇ ਰਹਿ ਨ ਕੋਈ। ਹੁਣ ਵੇਖੋ, ਇਹ ਗੱਲ ਆਖੀ ਬਿਨਾਂ ਤਾਂ ਕੋਈ ਰਹਿ ਨਹੀਂ ਸਕਦਾ। ਕਥ ਕਹਿਣੇ ਤੇ ਰਹਿ ਨਾ ਕੋਈ। ਸਾਨੂੰ ਮਾੜਾ ਮੋਟਾ ਗੱਲ ਦਾ ਪਤਾ ਹੋਵੇ ਨਾ ਤੇ ਅਸੀਂ ਗੱਲ ਕਹਿ ਤੋਂ ਬਿਨਾਂ ਰਹਿ ਨਹੀਂ ਸਕਦੇ। ਵੈਸੇ ਇੱਕ ਮਰਿਆਦਾ ਹੈ, ਮੈਂ ਦੱਸ ਦਿਆਂ। ਜਦੋਂ ਦੋ ਸਿਆਣੇ ਬੰਦੇ ਗੱਲ ਕਰਦੇ ਹੋਣ ਨਾ ਤੇ ਤੀਜੇ ਨੂੰ ਵਿੱਚ ਬੋਲਣਾ ਨਹੀਂ ਚਾਹੀਦਾ। ਦੋ ਵੱਡੇ ਗੱਲ ਕਰਦੇ ਹੋਣ ਤੇ ਛੋਟੇ ਨੂੰ ਵੀ ਵਿੱਚ ਨਹੀਂ ਬੋਲਣਾ ਚਾਹੀਦਾ। ਇਹ ਇੱਕ ਮਰਿਆਦਾ ਹੈ, ਇਹਨੂੰ ਜੇ ਆਪਾਂ ਰੱਖਾਂਗੇ ਨਾ ਫਿਰ ਥੋੜ੍ਹਾ ਜਿਹਾ ਠੀਕ ਰਹਿੰਦਾ ਹੈ। ਕਥ ਕਹਿਣੇ ਤੇ ਰਹੇ ਨਾ ਕੋਈ। ਕਹੀ ਹੋਈ ਗੱਲ ਹੈ ਨਾ ਵਾਹਿਗੁਰੂ ਜੀ, ਜਿਹੜੀ ਗੱਲ ਸੁਣੀ ਹੋਈ ਹੈ ਨਾ, ਜਿਹੜੀ ਗੱਲ ਦਾ ਸਾਨੂੰ ਪਤਾ ਅਸੀਂ ਕਹਿ ਬਿਨੇ ਨਹੀਂ ਰਹਿ ਸਕਦੇ, ਕਿਉਂਕਿ ਸਾਡੇ ਅੰਦਰ ਸਬਰ ਨਹੀਂ ਹੈਗਾ। ਵੈਸੇ ਗੁਰਬਾਣੀ ਨੇ ਸਾਨੂੰ ਆਖਿਆ, ਬਾਬਾ ਫਰੀਦ ਜੀ ਕਹਿੰਦੇ ਨੇ ਸਬਰ ਅੰਦਰ ਸਾਬਰੀ। ਸਾਬਰੀ ਕਹਿੰਦੇ ਨੇ ਫਕੀਰੀ ਨੂੰ, ਤੇ ਸਬਰ ਕਹਿੰਦੇ ਨੇ ਬਸ ਆਪਣੇ ਅੰਦਰ ਸਬਰ ਕਰ ਲੈਣਾ, ਗੱਲ ਨੂੰ ਰੋਕ ਲੈਣਾ ਅੰਦਰ। ਭਾਵੇਂ ਪਤਾ ਹੈ ਨਾ ਜਦੋਂ ਤੱਕ ਅਗਲਾ ਪੁੱਛਦਾ ਨਹੀਂ ਉਦੋਂ ਤੱਕ ਉਸ ਗੱਲ ਨੂੰ ਨਹੀਂ ਦੱਸਣਾ। ਇੰਨਾ ਕੁ ਸਬਰ ਹੈ ਜਿਹੜਾ ਉਹ ਬਣਾ ਕੇ ਰੱਖੇ। ਭੁੱਖ ਲੱਗੀ ਹੈ ਤੇ ਅਗਲੇ ਨੇ ਪੁੱਛ ਲਿਆ ਨਾ ਪ੍ਰਸ਼ਾਦਾ ਲਿਆਈਏ, ਤੇ ਫਿਰ ਸਾਡਾ ਅੱਕ ਬਣਦਾ ਆਖਣ ਦਾ, ਇਹਦਾ ਨਾਂ ਸਬਰ। ਜੇ ਮੈਂ ਥੋੜ੍ਹਾ ਜਿਹਾ ਹੋਰ ਸਮਝਾ ਦਿਆਂ, ਸਬਰ ਕੀ ਚੀਜ਼ ਹੈ। ਸਾਨੂੰ ਭੁੱਖ ਲੱਗੀ ਪਰ ਅਸੀਂ ਮੂੰਹ ਦੇ ਨਾਲ ਰੋਟੀ ਨਹੀਂ ਮੰਗਣੀ, ਇਸ ਦਾ ਨਾਮ ਸਬਰ ਹੈ। ਇਹ ਅਸੀਂ ਕੁੱਤੇ ਤੋਂ ਸਿੱਖਿਆ ਹੈ। ਤਾਂ ਹੀ ਮੈਂ ਕਹਿ ਦਿੰਦਾ ਸਾਡੀ ਬਲਾਦਰੀ ਹੈ। ਕੁੱਤਾ ਜਿਹੜਾ ਇਹ ਕਦੀ ਮਾਲਕ ਤੋਂ ਮੰਗ ਕੇ ਇਹ ਨਹੀਂ ਕਹਿੰਦਾ ਵੀ ਮੈਨੂੰ ਰੋਟੀ ਸੱਟ, ਇਹ ਸਬਰ ਦੇ ਨਾਲ ਬੈਠਾ ਰਹਿੰਦਾ। ਭੁੱਖ ਲੱਗੀ ਏ, ਰੋਟੀ ਨੂੰ ਜੀ ਕਰਦਾ ਪਰ ਮੂੰਹ ਦੇ ਨਾਲ ਨਹੀਂ ਬੋਲਦਾ। ਜਦੋਂ ਅਸੀਂ ਪਾ ਦਿੱਤੀ ਉਦੋਂ ਇਹਨੇ ਛਕ ਲੈਣੀ, ਤੇ ਸੰਤੋਖ ਹੁੰਦਾ ਨਾ ਹੈ, ਜਿੰਨੀ ਮਿਲ ਗਈ ਹੈ ਫਿਰ ਵੀ ਨਹੀਂ ਮੰਗਣੀ, ਬਸ ਠੀਕ ਹੈ। ਇਹ ਸਬਰ ਤੇ ਸੰਤੋਖ ਹੈ ਜਿਹੜਾ ਇਹ ਕੁੱਤੇ ਤੋਂ ਅਸੀਂ ਸਿੱਖਣਾ ਹੈ। ਮੰਗਣਾ ਨਹੀਂ, ਤੇ ਜੋ ਮਿਲ ਗਿਆ ਹੈ ਬਸ ਸਤ ਬਚਨ ਨੇ ਬਹੁਤ ਹੋ ਗਿਆ। ਇਸੇ ਤਰ੍ਹਾਂ ਅਸੀਂ ਕਿਸੇ ਦੇ ਘਰ ਗਏ ਹਾਂ, ਕਿਤਨੀ ਵੀ ਭੁੱਖ ਲੱਗੀ ਹੈ ਨਾ, ਤੇ ਅਸੀਂ ਉਹਨੂੰ ਇਹ ਨਹੀਂ ਆਖਣਾ ਛੇਤੀ ਕਰ ਰੋਟੀ ਬਣਾ, ਫਿਰ ਸਬਰ ਟੁੱਟ ਗਿਆ, ਫਿਰ ਆਦਤ ਬਣ ਜਾਏਗੀ ਸਾਨੂੰ ਮੰਗਣ ਦੀ, ਅਸੀਂ ਮੰਗਤੇ ਬਣ ਜਾਵਾਂਗੇ। ਤੇ ਸੰਤੋਖ ਉਸਨੇ ਜੇ ਅਚਾਰ ਦੇ ਨਾਲ 2 ਫੁਲਕੇ ਦੇ ਦਿੱਤੇ ਨੇ ਤੇ ਇਹ ਨਹੀਂ ਆਖਣਾ ਯਾਰ ਤੂੰ ਥੋੜਾ ਜਿਹਾ ਦਹੀਂ ਲੈ ਆ, ਸਬਜ਼ੀ ਨਹੀਂ ਹੈਗੀ ਤਾਂ ਲੈ, ਸਬਜ਼ੀ ਨਹੀਂ ਬਣਾਉਂਦੇ ਤੁਸੀਂ, ਐਵੇਂ ਹੀ ਖਾਂਦੇ ਹੋ, ਚੰਗੇ ਬੰਦੇ ਹੋ ਤੁਸੀਂ, ਸਬਜ਼ੀ ਵੀ ਨਹੀਂ ਬਣਾ ਸਕਦੇ। ਵਿਚਾਰੇ ਨੇ 2 ਰੋਟੀਆਂ ਤੈਨੂੰ ਦਿੱਤੀਆਂ ਨੇ, ਇਸ ਵਾਸਤੇ ਥੋੜੀ ਦਿੱਤੀਆਂ ਵੀ ਤੂੰ ਉਹਦੀ ਬੇਇੱਜ਼ਤੀ ਕਰ। ਹੁਣ ਇਹ ਬੇਇੱਜ਼ਤੀ ਕਰਨ ਨੇ, ਤੁਸੀਂ ਸਬਜ਼ੀ ਨਹੀਂ ਖਾਂਦੇ, ਹੁਣ ਕਿੱਡੀ ਵੱਡੀ ਬੇਇੱਜ਼ਤੀ ਹੈ ਭਾਈ। ਇੱਕ ਮੌਕਾ ਨਹੀਂ ਹੈਗੀ ਹੋ ਗਿਆ।
ਸੋ ਇਹਦਾ ਨਾਂ ਹੈ ਸਬਰ ਤੇ ਸੰਤੋਖ। ਸਬਰ ਹੈ, ਸਾਨੂੰ ਗੱਲ ਦਾ ਪਤਾ ਹੈ, ਦੋ ਜਣੇ ਕਰ ਰਹੇ ਨੇ, ਅਸੀਂ ਬੋਲਣਾ ਨਹੀਂ। ਜੇ ਪੁੱਛਣਗੇ ਤੇ ਦੱਸ ਦਿਆਂਗੇ, ਜੇ ਪੁੱਛਣਗੇ ਤਾਂ ਦੱਸ ਦਿਆਂਗੇ। ਇਹਦਾ ਨਾਂ ਸਬਰ ਹੈ। ਸਬਰ ਅੰਦਰ ਸਾਬਰੀ, ਬਾਬਾ ਫਰੀਦ ਜੀ ਕਹਿੰਦੇ ਨੇ ਆਪਣੇ ਸ਼ਲੋਕਾਂ ਦੇ ਅੰਦਰ, ਸਬਰ ਦੇ ਅੰਦਰ ਰਹੋ ਤੇ ਇਸੇ ਦਾ ਨਾਂ ਫਕੀਰੀ ਹੈ। ਤੇ ਜੇ ਤੂੰ ਐਵੇਂ ਬੋਲਦਾ ਫਿਰੇਗਾ ਨਾ, ਵਿਨ ਗੁਣ ਗਾਹਕ ਵੇਚੀਏ, ਬੜੇ ਦ੍ਰਿਸ਼ਟਾਂਤ ਆਉਂਦੇ ਨੇ ਗੁਰਬਾਣੀ ਦੇ ਅੰਦਰ। ਵਿਨ ਗੁਣ ਗਾਹਕ ਵੇਚੀਏ, ਬਿਨ ਗਾਹਕ ਗੁਣ ਵੇਚੀਏ, ਮਾਫ ਕਰਨਾ, ਬਿਨ ਗਾਹਕ ਗੁਣ ਵੇਚੀਏ। ਗਾਹਕ ਨਹੀਂ ਹੈਗਾ, ਸਾਡੇ ਕੋਲ ਗੁਣ ਹੈਗਾ ਤੇ ਅਸੀਂ ਉਹਨੂੰ ਧੱਕੇ ਨਾਲ ਦਿੰਨੇ ਆ ਵੀ ਤੂੰ ਆਹ ਗੁਣ ਲੈ ਲਾ, ਤੇ ਅਗਲਾ ਆਖੂਗਾ ਮੈਨੂੰ ਨਹੀਂ ਚਾਹੀਦਾ। ਕਿੰਨਾ ਨਰਾਦਰ ਹੋ ਗਿਆ। ਗੁਣ ਬੜਾ ਵੱਡਾ ਹੈ, ਦਾਤ ਬੜੀ ਵੱਡੀ ਹੈ, ਪਰ ਜਿਹਨੂੰ ਅਸੀਂ ਦੇਣਾ ਚਾਹੁੰਦੇ ਆ ਉਹ ਇਸ ਦਾ ਗਾਹਕ ਹੀ ਨਹੀਂ, ਤੇ ਫਿਰ ਦੱਸੋ ਕੀ ਕਰਾਂਗੇ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕੱਥ ਕਹਿਣੇ ਤੇ ਰਹੇ ਨਾ ਕੋਈ, ਇੰਨਾ ਕਿਸੇ ਦੇ ਅੰਦਰ ਸਬਰ ਹੀ ਨਹੀਂ ਹੈਗਾ ਵੀ ਜੇ ਕਿਤੇ ਗੱਲ ਸੁਣ ਲਵੇ ਤੇ ਉਹਨੂੰ ਚੁੱਪ ਕਰਕੇ ਅੰਦਰ ਹਜਮ ਕਰ ਲਵੇ ਜੀ। ਬਿਨ ਰਸ ਰਾਤੇ ਮੁਕਤ ਨਾ ਹੋਈ। ਜਦੋਂ ਤੱਕ ਅਸੀਂ ਪ੍ਰਭੂ ਪਰਮਾਤਮਾ ਦੇ ਪ੍ਰੇਮ ਰਸ ਦੇ ਵਿੱਚ ਨਹੀਂ ਰੰਗੇ ਜਾਂਦੇ, ਉਦੋਂ ਤੱਕ ਮੁਕਤੀ ਨਹੀਂ ਹੁੰਦੀ। 2 ਪੌੜੀਆਂ ਤੱਕ ਆਪਾਂ ਪਹੁੰਚੇ ਆ, 8 ਪੌੜੀਆਂ ਦਾ ਸ਼ਬਦ ਹੈ, ਤੇ ਮੇਰੇ ਖਿਆਲ ਗੁਰੂ ਮਹਾਰਾਜ ਜੀ ਦੀ ਪਾਵਨ ਕਿਰਪਾ ਰਹਿਮਤ ਦੇ ਨਾਲ ਤਸੱਲੀ ਹੋ ਗਈ ਹੋਣੀ ਹੈ। ਬਿਨ ਰਸ ਰਾਤੇ ਮੁਕਤ ਨਾ ਹੋਈ, ਬਿਨਾ ਪ੍ਰਭੂ ਪਰਮਾਤਮਾ ਦੇ ਪ੍ਰੇਮ ਰਸ ਤੋਂ, ਉਹਦੇ ਵਿੱਚ ਰੰਗੇ ਤੋਂ ਮੁਕਤੀ ਹੈ ਨਾ ਜਿਹੜੀ, ਇਹ ਨਹੀਂ ਹੁੰਦੀ। ਮੁਕਤੀ ਜਿਹੜੀ ਹੈ ਇਹ ਅੱਖੀਂ ਵੇਖੇ ਗਿਆਨ ਦੇ ਨਾਲ ਹੋਣੀ ਹੈ। ਗੁਰੂ ਮਹਾਰਾਜ ਜੀ ਨੇ ਪਾਵਨ ਸ਼ਬਦ ਦੇ ਅੰਦਰ ਗਿਆਨ ਦੀ ਗੱਲ ਕੀਤੀ ਹੈ, ਤੇ ਗਿਆਨ ਉਹ ਹੈ ਜਿਹੜਾ ਅਸੀਂ ਪ੍ਰਤੱਖ ਅੱਖਾਂ ਦੇ ਨਾਲ ਵੇਖ ਲਿਆ। ਜਿਹੜਾ ਸੁਣਿਆ ਸੁਣਾਇਆ ਉਸ ਨੂੰ ਗੁਰਬਾਣੀ ਨੇ ਝੂਠਾ ਗਿਆਨ ਮੰਨਿਆ ਹੈ, ਤੇ ਝੂਠਾ ਗਿਆਨ ਹੈ ਜਿਹੜਾ, ਝੂਠੇ ਗਿਆਨ ਦੇ ਨਾਲ ਜਿਹੜੀ ਕੀਤੀ ਹੋਈ ਕਥਾ ਹੈ ਨਾ, ਇਹਦੇ ਨਾਲ ਕੇਵਲ ਤੇ ਕੇਵਲ ਅਸੀਂ ਇੱਕ ਦੂਜੇ ਦਾ ਸਿਰ ਜ਼ਰੂਰ ਪਾੜ ਸਕਦੇ ਹਾਂ ਵੀ ਇਹ ਗੱਲ ਇਸ ਤਰ੍ਹਾਂ, ਇਹ ਗੱਲ ਇਸ ਤਰ੍ਹਾਂ ਨਹੀਂ ਹੈਗੀ, ਇਹ ਇਸ ਤਰ੍ਹਾਂ, ਇਹ ਐਵੇਂ ਨਹੀਂ ਹੈਗੀ। ਲੜ ਸਕਦੇ ਹਾਂ, ਪਰ ਇੱਥੇ ਨਾਮ ਰਸ ਨਹੀਂ ਆਏਗਾ, ਕਿਉਂਕਿ ਸਾਡਾ ਸੁਭਾਅ ਹੈ ਕੱਥ ਕਹਿਣੇ ਤੇ ਰਹਿ ਨਾ ਕੋਈ। ਜਿਹਨੂੰ ਗੱਲ ਦਾ ਪਤਾ ਹੋਵੇ ਨਾ, ਉਹ ਅੰਦਰ ਹਜਮ ਕਰਕੇ ਨਹੀਂ ਰੱਖ ਸਕਦਾ। ਜਦੋਂ 2 ਗੱਲ ਕਰਦੇ ਨੇ ਤੇ ਤੀਜੇ ਨੇ ਆਪਣੀ ਗੱਲ ਵਿੱਚ ਰੱਖ ਦੇਣੀ ਹੈ, ਤੇ ਫਿਰ ਭਾਈ ਤੀਜਾ ਰਲਿਆ ਤੇ ਕੰਮ ਗਲਿਆ, ਫਿਰ ਡਾਂਗੋ ਸੋਟੀ ਹੋ ਕੇ ਪਰਾਂ ਹੋਈਦਾ, ਉਵੇਂ ਤਾਂ ਹੋਇਆ ਨਹੀਂ ਜਾਂਦਾ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਆਓ ਆਪਾਂ ਗੁਰੇਜ਼ ਕਰੀਏ ਸੁਣੀ ਗੱਲ ਨੂੰ ਅੰਦਰ ਹਜਮ ਕਰਨ ਦਾ। ਐਵੇਂ ਜਿਹੜੀ ਗੱਲ ਦਾ ਸੁਣੀ ਹੈ ਪਤਾ ਨਹੀਂ ਹੈਗਾ, ਉਹ ਆਪਾਂ ਨਾ ਕਰੀਏ। ਤੇ ਜੇ ਅਸੀਂ ਪਹੁੰਚਣਾ ਚਾਹੁੰਦੇ ਹਾਂ ਪਤੇ ਤੱਕ, ਤੇ ਫਿਰ ਭਾਈ ਅਭਿਆਸੀ ਹੋਣਾ ਪਏਗਾ, ਨਾਮ ਦੇ ਨਾਲ ਜੁੜਨਾ ਪਏਗਾ। ਗੁਰੂ ਮਹਾਰਾਜ ਜੀ ਦੇ ਨਾਮ ਦੀ ਕਮਾਈ ਕਰਾਂਗੇ, ਗੁਰੂ ਕਿਰਪਾ ਕਰੇਗਾ ਤੇ ਅੰਦਰ ਗਿਆਨ ਸੋਝੀ ਹੈ ਜਿਹੜੀ ਫਿਰ ਆਏਗੀ। ਇਸ ਨੂੰ ਆਖਿਆ ਗਿਆ ਪ੍ਰੋਖ ਤੇ ਅਪਰੋਖ ਗਿਆਨ। ਪ੍ਰਤੱਖ ਗਿਆਨ ਜਿਹੜਾ ਅੱਖਾਂ ਨਾਲ ਵੇਖਿਆ, ਉਹਦੇ ਨਾਲ ਅਸੀਂ ਆਪਣਾ ਜੀਵਨ ਸਫਲਾ ਕਰਨਾ ਹੈ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ।